सतनाम वाहिगुरु साहिब जी। ज्ञान ध्यान किस कर्म न जाना, सार न जाना तेरी। सब ते बड़ा सतगुर नानक, जिन कल राखी मेरी। ज्ञान ध्यान किस कर्म ना जाना, नाहि ना निर्मल करनी। साध संगत कै अंचल लाभ, बिखम नदी जाए तरनी। मैं मूर्ख की केतक बात है, कोट पराधी तरियारे। गुरु नानक जन सुनिया पेखिया, ते फिर गरबास न परिया रे। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कुराहे तेहा हौ करी बखियान। वाहिगुरु साहिब जी। रामकली महला पंजेवा, ना तन तेरा ना मन तोहे। माया मोहे व्यापिया तोहे। कुदम करे गाढ़र जाऊं सेला, अचंत याल काल चक्र पेला। हर चरण कमल शरणाई मना, राम नाम जप संग सहाई। गुरमुख पावै साच तना, रहाउ ऊनै काज न होबत पूरे। काम क्रोध मद सदहि चूरे, करै बेकार जियरे कहताई। गाफल संग न तसुआ जाई, धरत तोह अनकुशल जानै। कौडी कौडी को खाक सिर सनै, जिन दिया तिसै ना चेतै मूल। मिथ्या लोभ न उतरै सूल, पार ब्रह्म जब भये दयाल। ए मन हुआ साधुर बाल, हसत कमल लाडली नो लाए। नानक साचै साच समाए, पार ब्रह्म जब भये दयाल। एहो मन हुआ साधुर बाल, हसत कमल लाडली नो लाए।
ਨਾਨਕ ਸਾਚੈ ਸਾਚ ਸਮਾਏ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹਾਂ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਸਾਨੂੰ ਅੰਮ੍ਰਿਤ ਵੇਲੇ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਕਰਕੇ ਸਤਿਗੁਰਾਂ ਦੀ ਅੰਮ੍ਰਿਤ ਰੂਪੀ ਪਾਵਨ ਗੁਰਬਾਣੀ ਪੜ੍ਹਨ, ਸੁਣਨ, ਸਮਝਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਆਓ ਕੁਝ ਕੁ ਸਮਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦੀ ਖੇਚਲਾ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜਾਪ ਸਰਵਣ ਕੀਤਾ, ਜਿਸ ਦੀ ਅਸਾਂ ਵਿਚਾਰ ਕਰਨੀ ਹੈ। ਇਹ ਪਵਿੱਤਰ ਸ਼ਬਦ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਹੋਇਆ ਇਹ ਸ਼ਬਦ ਹੈ, ਜੋ ਕਿ ਰਾਮਕਲੀ ਰਾਗ ਦੇ ਵਿੱਚ ਸੁਸ਼ੋਭਿਤ ਹੈ। ਸੋ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਰਹਿਮਤ ਕਰ ਰਹੇ ਨੇ। ਮਨ ਨੂੰ ਸੰਬੋਧਨ ਕਰਦੇ ਹੋਏ ਕਹਿ ਰਹੇ ਨੇ ਕਿ ਐ ਭਾਈ, ਐ ਮਨ ਮੇਰਿਆ, ਮਾਲਕ ਦੀ ਚਰਨ ਸਰਣ ਵਿੱਚ ਰਹਿਣਾ ਕਰ, ਵਾਹਿਗੁਰੂ ਦੀ ਚਰਨ ਸਰਣ ਨੂੰ ਅਖਤਿਆਰ ਕਰਨਾ ਕਰ। ਸੋ ਸਾਹਿਬ ਰਹਿਮਤ ਕਰਦੇ ਨੇ ਵੀ ਭਾਈ, ਸਾਹਿਬਾਂ ਦੀ ਚਰਨ ਸਰਣ ਦੇ ਵਿੱਚ ਰਹਿਣ ਦੇ ਨਾਲ ਇਹ ਜਿਹੜਾ ਮਨ ਹੈ ਸਾਡਾ, ਇਹ ਕਾਬੂ ਵਿੱਚ ਰਹਿੰਦਾ। ਆਪਾਂ ਕਹਿ ਲਈਏ ਵੀ ਸਹੀ ਕੰਮ ਕਰਦਾ ਹੈ। ਮਨ ਚੰਗੀ ਸੋਚ ਵਿਚਾਰ ਵਿੱਚ ਰਹਿੰਦਾ ਹੈ ਔਰ ਮਾਲਿਕ ਨੂੰ ਭੁੱਲ ਕਰਕੇ ਇਹ ਖੁਆਰ ਹੁੰਦਾ ਹੈ। ਵਾਹਿਗੁਰੂ ਨਾਲੋਂ ਟੁੱਟ ਕਰਕੇ ਇਹ ਮਨ ਹੈ, ਭਾਵੇਂ ਸਾਡਾ ਤਨ ਹੈ। ਤਨ ਨੂੰ ਵੀ ਨਾਲ ਆਖਣਾ ਕੀਤਾ, ਕਿਉਂਕਿ ਇਹ ਵੀ ਸਾਹਿਬਾਂ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ। ਸਤਿਗੁਰਾਂ ਬਚਨ ਕੀਤਾ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਤਨ ਸਰੀਰ ਨੂੰ ਕਹਿੰਦੇ ਆ, ਮਨ ਸਾਡਾ ਅੰਦਰੂਨੀ ਤੌਰ ਤੇ ਹੈ। ਜੋ ਵੀ ਜਿਹੜਾ ਆ ਤਨ ਸਰੀਰ ਕਰਕੇ ਵੀ ਭਾਈ, ਜੇ ਬਾਣੀ ਦੇ ਨਾਲੋਂ ਸਾਡਾ ਨਾਤਾ ਟੁੱਟ ਗਿਆ, ਗੁਰਸਿੱਖ ਨੇ ਸਰੀਰ ਕਰਕੇ ਸਾਹਿਬਾਂ ਤੋਂ ਦੂਰੀ ਬਣਾ ਲਈ। ਸਾਹਿਬ ਕਹਿੰਦੇ ਆ ਭਾਈ, ਜਿਹੜੇ ਤਨ ਨੂੰ ਬਾਣੀ ਵਿਸਰ ਗਈ ਹੈ, ਜਿਉਂ ਪੱਕਾ ਰੋਗੀ ਬਿਲ ਲਾਏ। ਸਾਹਿਬ ਆਖਣਾ ਕੀਤਾ, ਜਿਵੇਂ ਪੱਕਾ ਰੋਗੀ ਹੁੰਦਾ ਕਿ ਨਾ, ਬਿਲਕਦਾ ਹੈ, ਰੋਂਦਾ ਹੈ, ਹਰ ਸਮੇਂ ਦੁੱਖ ਵਿੱਚ ਹੈ, ਦਰਦ ਵਿੱਚ ਹੈ। ਇਉਂ ਸਾਹਿਬ ਕਹਿੰਦੇ ਆ ਵੀ ਬਾਣੀ ਨਾਲੋਂ ਟੁੱਟ ਕਰਕੇ ਹਾਲਤ ਇਹਦੀ ਐਸੀ ਹੁੰਦੀ ਹੈ, ਆ ਸਰੀਰ ਦੀ, ਜਿਉਂ ਪੱਕਾ ਰੋਗੀ ਬਿਲ ਲਾਏ। ਸੋ ਇਸੇ ਕਰਕੇ ਸਾਹਿਬ ਨੇ ਕਿਰਪਾ ਕੀਤੀ ਹੈ, ਸਾਨੂੰ ਜਿੱਥੇ ਤਨ ਕਰਕੇ ਜੁੜਨ ਨੂੰ ਆਖਣਾ ਕੀਤਾ, ਨਾਲ ਹੀ ਮਨ ਕਰਕੇ ਆਖਿਆ। ਇਹ ਸੁਭਾਵਿਕ ਹੀ ਹੈ ਵੀ ਜਿੱਥੇ ਸਾਡਾ ਤਨ ਨਹੀਂ ਗਿਆ, ਜਿਹੜੀ ਵਸਤੂ ਤਨ ਕਰਕੇ ਨਹੀਂ ਅਸੀਂ ਵੇਖਣੀ ਕੀਤੀ, ਉੱਥੇ ਮਨ ਅਪੜਦਾ ਨਹੀਂ ਹੈ। ਕਿਉਂਕਿ ਪਹਿਲਾ ਤਨ ਇਹ ਕਹਿ ਲਈ ਵੀ ਜ਼ਰੀਆ ਬਣਦਾ। ਤਨ ਕਰਕੇ ਇੱਕ ਵਾਰੀ ਜਿੱਥੇ ਵਜਾਈਏ, ਜੋ ਵਸਤੂ ਇੱਕ ਵਾਰੀ ਆਪਾਂ ਵੇਖ ਲਈਏ ਤਨ ਕਰਕੇ, ਤੇ ਮੁੜ ਕੇ ਜਿੱਥੇ ਮਰਜ਼ੀ ਹੋਈਏ, ਮਨ ਚਾਹਵੇ ਤੇ ਉੱਥੇ ਜਾ ਸਕਦਾ ਹੈ।
ਮਨ ਮੁੜ ਕੇ ਫਿਰ ਉਹੀ ਅਵਸਥਾ, ਉਹੀ ਵਸਤੂ, ਉਹੀ ਸਥਾਨ ਵੇਖ ਲੈਂਦਾ। ਇਸੇ ਕਰਕੇ ਸਾਹਿਬ ਨੇ ਆਖਿਆ ਵੀ ਪਹਿਲਾਂ ਮਨ ਕਰਕੇ ਜ਼ਰੂਰੀ ਹੈ। ਮਨ ਕਰਕੇ ਸਾਹਿਬਾਂ ਨਾਲ ਜੁੜਨਾ, ਗੁਰੂ ਕੇ ਦੀਦਾਰ ਕਰਨੇ, ਬਾਣੀ ਦੇ ਨਾਲ ਜੁੜਨਾ, ਇਹਨਾਂ ਨੇਤਰਾਂ ਦੇ ਨਾਲ ਬਾਣੀ ਦੇ ਦੀਦਾਰ, ਰਸਨਾ ਨਾਲ ਬਾਣੀ ਦਾ ਜਾਪ, ਸਰੋਹ ਵਿਚਾਰ। ਸਾਹਿਬਾਂ ਨੇ ਕਿਰਪਾ ਕੀਤੀ ਹੈ ਵੀ ਭਾਈ ਆਹ ਸਰੀਰ ਹੈ ਜਿਹੜਾ, ਜੇ ਸਰੀਰ ਕਹਿਣੇ ਵਿੱਚ ਹੈ, ਮਾਲਕ ਦੇ ਉਪਦੇਸ਼ ਨੂੰ ਸਰਵਣ ਕਰਦਾ ਸਰੀਰ ਕਰਕੇ, ਬਾਣੀ ਨਾਲ ਜੁੜਦਾ ਸਰੀਰ ਕਰਕੇ, ਤਾਂ ਸਾਹਿਬ ਕਹਿੰਦੇ ਨੇ ਭਾਈ ਇਹ ਮਨ ਹੈ ਜਿਹੜਾ, ਇਹ ਵੀ ਮਾਲਕ ਨਾਲ ਜੁੜ ਜਾਂਦਾ ਹੈ, ਜੁੜ ਸਕਦਾ ਹੈ। ਤੇ ਇਸੇ ਕਰਕੇ ਸਾਹਿਬ ਨੇ ਆਖਣਾ ਕੀਤਾ ਵੀ ਪਹਿਲਾਂ ਮਨ ਦਾ ਉਦਮ ਉਪਰਾਲਾ ਜ਼ਰੂਰੀ ਹੈ। ਉਦਾਹਰਨ ਤੌਰ ਤੇ ਬਾਬਾ ਜੀ ਆਖਣਾ ਕੀਤਾ ਵੀ ਭਾਈ ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਦੇ ਕਾਰਨ ਕਰਕੇ ਗਿਆਨ ਲੈਣ ਲਈ ਕਰਮ ਅਭਿਆਸ ਕਰਨਾ ਪੈਂਦਾ ਸਰੀਰ ਕਰਕੇ। ਆਰੰਭਤਾ ਕੀਤੀ ਹੈ ਬਾਅਦ ਸਾਨੂੰ ਸਮਝਾਇਆ ਪਹਿਲਾਂ ਇਸ ਕਾਇਨਾਤ ਵਿੱਚੋਂ ਹੀ। ਫਲ ਕਾਰਨ ਫੂਲੀ ਬਨਰਾਏ, ਫਲ ਲਾਗੇ ਤਾਂ ਫੂਲ ਬਗਾਏ। ਵੀ ਫਲ ਦੇ ਕਾਰਨ ਜਦੋਂ ਫਲ ਆਉਣਾ ਹੁੰਦਾ ਨਾ, ਪਹਿਲਾਂ ਫੁੱਲ ਆਉਂਦਾ ਹੈ। ਭਾਵੇਂ ਆਪਾਂ ਬੂਰ ਤੋਂ ਸ਼ੁਰੂ ਕਰ ਲਈ ਵੀ ਬੂਰ ਆਉਂਦਾ, ਫਿਰ ਫੁੱਲ ਬਣਦਾ ਹੈ, ਫੁੱਲ ਤੋਂ ਬਾਅਦ ਵਿੱਚ ਫਿਰ ਫਲ ਹੈ। ਇਹ ਵੀ ਜ਼ਰੂਰੀ ਹੈ ਵੀ ਜਦੋਂ ਬੂਰ ਆਇਆ ਫੁੱਲ ਉਦੋਂ ਬਣੇਗਾ ਜਦੋਂ ਬੂਰ ਨੇ ਝੜਨਾ, ਫਲ ਉਦੋਂ ਆਏਗਾ ਜਦੋਂ ਫੁੱਲ ਨੇ ਖਤਮ ਹੋਣਾ। ਅੱਗੇ ਅੱਗੇ ਭਾਵ ਕੇ ਜਾਣਾ। ਇਹੋ ਹੀ ਸਾਹਿਬ ਕਹਿੰਦੇ ਆ ਵੀ ਭਾਈ ਜਿਵੇਂ ਫਲ ਕਾਰਨ ਫੂਲੀ ਬਨਰਾਏ, ਫਲ ਲਾਗੇ ਤਾਂ ਫੂਲ ਬਗਾਏ। ਫਲ ਲੱਗਿਆ ਤੇ ਫੁੱਲ ਹੈ ਜਿਹੜਾ ਅਲੋਪ ਹੋ ਜਾਂਦਾ ਹੈ, ਭਾਵੇਂ ਕਹਿ ਲਈ ਵੀ ਝੜ ਜਾਂਦਾ ਹੈ। ਇਹੋ ਹੀ ਸਾਹਿਬ ਕਹਿੰਦੇ ਗਿਆਨੇ ਕਾਰਨ ਕਰਮ ਅਭਿਆਸ। ਜੇ ਗਿਆਨ ਲੈਣਾ ਪਹਿਲਾਂ ਕਰਮ ਅਭਿਆਸ ਕਰਨਾ ਪਏਗਾ, ਕੰਮ ਕਰਨਾ ਪਏਗਾ। ਭਾਵ ਕਿ ਗਿਆਨ ਲੈਣ ਲਈ ਚੱਲ ਕੇ ਗੁਰੂ ਸਾਹਿਬ ਕੋਲ ਵੀ ਪਹੁੰਚਣਾ ਪਵੇਗਾ, ਗੁਰੂ ਕੀ ਸੰਗਤ ਕਰਨੀ ਪਏਗੀ, ਗੁਰੂ ਕੇ ਪਿਆਰ ਵਾਲਿਆਂ ਨਾਲ ਮਿਲਣਾ ਪਏਗਾ, ਫਿਰ ਜਾ ਕੇ ਗੁਰੂ ਪਿਆਰਿਓ ਗਿਆਨ ਪ੍ਰਾਪਤ ਹੋਏਗਾ। ਇਸੇ ਕਰਕੇ ਸਾਹਿਬ ਨੇ ਆਖਣਾ ਕੀਤਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਕਰੇ ਜੇ ਸਮਝ ਲੈਣੀ ਹੈ ਭਾਵ ਗਿਆਨ ਲੈਣਾ ਭਾਈ, ਗੁਰੂ ਦੁਆਰ ਹੋ, ਗੁਰੂ ਨਾਲ ਜੁੜ, ਗੁਰੂ ਤਾਈਂ ਪਹੁੰਚ, ਗੁਰੂ ਸਾਹਿਬ ਨਾਲ ਮਿਲਣਾ ਕਰ, ਗੁਰੂ ਕੀ ਬਾਣੀ ਪੜ੍ਹਨੀ ਸੁਣਨੀ ਕਰ। ਇਸੇ ਕਰਕੇ ਸਾਹਿਬ ਕਹਿੰਦੇ ਆ ਵੀ ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਹੁਆ ਤਉ ਕਰਮੈ ਨਾਸ। ਜਦੋਂ ਗਿਆਨ ਹੋ ਜਾਵੇ, ਸਮਝ ਆ ਜਾਵੇ, ਫਿਰ ਬਹੁਤੇ ਕਰਮ ਕਰਨ ਦੀ ਲੋੜ ਨਹੀਂ ਪੈਂਦੀ। ਫਿਰ ਗੁਰੂ ਪਿਆਰਿਓ ਜੋ ਸਮਝ ਆ ਜੇ, ਫਿਰ ਨਹੀਂ ਬਹੁਤੀ ਭੱਜ ਦੌੜ ਦੀ ਲੋੜ ਹੁੰਦੀ। ਇਸੇ ਕਰਕੇ ਸਾਹਿਬ ਨੇ ਕਿਰਪਾ ਕੀਤੀ ਹੈ, ਸਾਨੂੰ ਸਮਝਾਇਆ ਵੀ ਭਾਈ ਮਾਲਕ ਦੀ ਚਰਨ ਸ਼ਰਨ ਵਿੱਚ ਰਹਿਣਾ, ਮਨ ਨੂੰ ਰੱਖਣਾ ਕਰ। ਹੁਣ ਪਹਿਲਾਂ ਤਾਂ ਸਾਨੂੰ ਚਰਨ ਸ਼ਰਨ ਵਿੱਚ ਹੀ ਰਹਿਣਾ ਨਹੀਂ ਆਉਣਾ, ਪਤਾ ਹੀ ਨਹੀਂ ਲੱਗਣਾ, ਤੇ ਕਹਿਣ ਵਾਲੇ ਅਸੀਂ ਕਹਾਂਗੇ ਵੀ ਮਾਲਕ ਕਿੱਥੇ, ਉਹਦੀ ਸ਼ਰਨ ਵਿੱਚ ਰਹੀਏ। ਜਾਂ ਇੱਥੇ ਕੁ ਤਾਂ ਹੀ ਹੋਏਗਾ ਸਾਡਾ ਵੀ ਅਸੀਂ ਗੁਰੂ ਘਰ ਵਿੱਚ ਕਹਿੰਦੇ ਵੀ ਮਾਲਕ ਦੀ ਸ਼ਰਨ ਵਿੱਚ ਆਏ ਹਾਂ ਅਸੀਂ। ਠੀਕ ਹੈ ਵੀ ਇਹ ਵੀ ਇੱਕ ਕਰਮ ਸਾਡਾ, ਵੀ ਗੁਰੂ ਕੋਲੇ ਆਉਂਦੇ ਤੇ ਗੁਰੂ ਸਾਹਿਬ ਦੱਸ ਦੇਗਾ ਵੀ ਭਾਈ ਇੰਨਾ ਕੀ ਆਹ ਦਾਇਰਾ ਹੀ ਨਹੀਂ ਹੈ ਮਾਲਕ ਦੀ ਸ਼ਰਨ ਦਾ। ਉਹ ਮਾਲਕ ਬੇਅੰਤਤਾ ਦਾ ਮਾਲਕ ਹੈ, ਉਹ ਪਰੇ ਤੋਂ ਪਰੇ ਪਾਰ ਬ੍ਰਹਮ ਹੈ। ਉਹ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ, ਉਹ ਉੱਚੇ ਤੋਂ ਉੱਚਾ ਹੈ, ਬ੍ਰਹਮੰਡਾ ਖੰਡਾ ਦਾ ਮਾਲਕ ਹੈ। ਜਦੋਂ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਸੁਣਾਂਗੇ ਤੇ ਸਾਹਿਬ ਦੱਸਣਗੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ ਬਿਕਰੋੜਈ। ਖੰਡਾ ਬ੍ਰਹਮੰਡਾ ਦਾ ਮਾਲਕ ਹੈ ਔਰ ਸਰਬ ਜੀਆਂ ਕਾ ਦਾਤਾ, ਉਹ ਸਾਰੇ ਜੀਆਂ ਨੂੰ ਦਾਤਾਂ ਦੇਣ ਵਾਲਾ ਐਡਾ ਮਾਲਕ ਹੈ। ਉਹ ਵਾਹਿਗੁਰੂ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ। ਤੇ ਫਿਰ ਪਤਾ ਲੱਗੇਗਾ ਵੀ ਉਹਦੀ ਸ਼ਰਨ ਵਿੱਚ ਹੀ ਆ, ਜਿੱਥੇ ਤੱਕ ਵੀ ਜਾਣਿਆ ਸੀ ਖੰਡਾ ਬ੍ਰਹਮੰਡਾਂ ਦਾ ਜਿਹੜਾ ਮਾਲਕ ਹੈ, ਸਾਰੇ ਜੀਆਂ ਨੂੰ ਦਾਤਾਂ ਦੇਣ ਵਾਲਾ ਤੇ ਸਭਨਾ ਥਾਵਾਂ ਤੇ ਹੀ ਹੈ ਉਹ ਵਾਹਿਗੁਰੂ। ਫਿਰ
फिर समझ के पता लगेगा। इस करके सो सतगुरु जी ये रहमत करदे सानू समझाउंदे है बई ऐ मना पढ़न सुनन वालिया ऐ जीव गुरु क्या प्यारिया उस हरि वाहिगुरु दी चारण शरण अख्तियार कर लै। साहब कहते हर चरण कमल सरनाए मना रहाऊ वाला बंद है शब्द ऐ मना हरि दे चरण शरण दे विच रहना कर चरना कमला की शरण विच आ राम नाम जप कहते राम नाम दा जाप करिया कर। वो राम दा जिहड़ा सारियां विच रमिया होया ओहदा जाप करिया कर क्योंकि ये भी मालिक कोलों ज्ञान लैके पता लगेगा। बाबा जी ने आखना कीता कबीर राम नाम सबे कहे कह बे विवेक एक अनेका मिल गया एक शमाना एक पता लगेगा। भी राम नाम कहण दे विच भी भाई ज्ञान है ज्ञान होना चाहिए विवेक होना चाहिए। एक एक शरीर है एक अनेकां दे विच ही रमिया होया जिन्हों कहता सब है घट राम बोले राम बोले राम बिना को बोले रे कहते सारिया घटां विच सारे हिरदियां विच बोलदा वो तो बिना कौन बोलदा कोई नहीं है। इसे करके सो साहिबा कहंदा ये भी ज्ञान होना चाहिए राम नाम जपण दा भी भाव के उस राम दा जाप जपना ठीक है। एक अवतार होए ने श्री रामचंद्र जी सत्कारयोग वो रामचंद्र जी एक अवतार कृष्ण जी होए 24 अवतारां दी वारता पढ़दे आपां। अवतार गुरु नानक साहब सच्चे पातशाह जी अवतार होया 10 अवतार इस युग विच ते साहिबां ने कृपा कीती है सानू समझाया भी जिन्ने अवतार पुरुष आए संसार ते अकाल पुरख वाहिगुरु ने समय समय ते उन्हां नू जुल्म जालम नू खत्म करन लई ताकत दे के भेजिया। दुनिया भुली होई लुकाई नू सच जणाउण लई भेजना कीता ते पर जिहड़ा वो अकाल पुरख वाहिगुरु अगम्मी जोत है वो शरीरां विच इहो नहीं भी एक शरीर विच नहीं वो वरतदा भी उस मालिक भी एक शरीर च आ गया भी बस वो शरीर च एक च आ जाए फिर तो गुरु प्यारो एक शरीर कित्थे ताईं जाएगा किहदी किहदी रखिया करेगा एक शरीर है। इसे करके साहब ने आखना कीता भी जिहड़ा भाई साडा ठाकुर है वो जूना विच नहीं वो तो आजूनी सह भंग है। सच्चे साहब ने सानू मूल मंत्र विच ही दसना कीता भी अकाल पुरख वाहिगुरु है जिहड़ा आजूनी सह भंग है। आजूनी जूना तो परे है सह भंग सुते प्रकाश है वो वाहिगुरु है जिहड़ा ओहदा जाप जपना। साहब कहंदे ने राम नाम जप ऐ मना हरि वाहिगुरु दी शरण विच आ उस राम नाम दा जाप जप। वो राम नाम दा जाप है जिहड़ा संग सहाई वो तेरा संगी साथी है वो तेरी हर समय सहायता करेगा वो सच राम नाम तेरे सदीवी नाल निभेगा। क्योंकि ये बचन तो आप पढ़दे जय मात पिता सुत मीत ना भाई मन ऊहा नाम तेरा संग सहाई वो संगी साथी है जिथे कोई नहीं है। आ शरीर 5 अहम रिश्ते शरीर दसे है माता पिता पुत्र मित्र सब कहते ये सारे ने जिहड़े भाई ये शरीर तो कित्थे ताईं नाल जा सकते है। आ संसार विच भी कई बार भाई जिहड़े अहम रिश्तेदार दूर होण ते कल्ला एक पासे कोई गलबात हो जे जिन्ने मर्जी पुकार करे पहुँच नहीं सकते छेती करके समा लगेगा। पर जिहड़ा वाहिगुरु राम नाम सच्चा परमेश्वर है वो हर समय नाल है जीव दे। इस करके साहब ने आखना कीता है हर चरण कमल सरनाए मना राम नाम जप संग सहाई गुरमुख पावै साच धना। गुरमुख गुरु दी मत लैके गुरु साहब कोलों भाई ये सच्चे धन नूं पाउणा कर। ऐ मन मेरिया ये सच्चा सरमाया जिहड़ा ये वाहिगुरु कोलों मिलदा है ये राम नाम धन है जिहड़ा
ਇਹ ਹਰ ਸਮੇਂ ਕਰਮ ਆਉਂਦਾ ਹੈ, ਸਾਡੇ ਨਾਲ ਨਿਭਦਾ ਹੈ। ਕਹਿੰਦੇ ਗੁਰੂ ਦੀ ਮੱਤ ਲੈ ਕੇ ਪਾਲਾ ਗੁਰਮੁਖ ਪਾਵੈ। ਗੁਰਮੁਖ ਦਾ ਇੱਥੇ ਭਾਵ ਅਰਥ ਹੈ ਵੀ ਗੁਰੂ ਦੇ ਕੋਲੋਂ ਪਾਲਾ ਭਾਈ। ਇਹ ਸੱਚ ਧਨ ਹੈ ਜਿਹੜਾ ਗੁਰੂ ਸਾਹਿਬ ਕਿਰਪਾ ਕਰਦੇ ਹੈ ਰੱਬ ਦੇ ਪਿਆਰਿਆਂ ਤੇ। ਇਹ ਰਹਿਮਤ ਹੋਈ ਹੈ, RAM ਨਾਮ ਧਨ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਇਸ RAM ਨਾਮ ਨੂੰ ਜਪਾਉਣ ਦਾ ਢੰਗ ਤਰੀਕਾ ਵੀ ਸਾਹਿਬ ਕਹਿੰਦੇ ਸਾਧੂ ਸੰਗ ਸਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ। ਸਾਧੂ ਦੀ ਸੰਗਤ, ਗੁਰੂ ਕੇ ਸੰਗਤ ਵਿੱਚੋਂ ਇਹ RAM ਨਾਮ ਦੀ ਸਿੱਖਿਆ ਮਿਲਦੀ ਹੈ। ਸਾਹਿਬ ਕਹਿੰਦੇ ਆ ਇਸ RAM ਨਾਮ ਦੇ ਦੁਆਰਾ ਹੀ ਸਾਡੇ ਜਿਹੜੇ ਕੰਮ ਨੇ ਆ ਸਰੀਰ ਦੇ, ਆ ਜਿੰਦ ਦੇ ਪੂਰੇ ਹੋ ਜਾਂਦੇ ਆ। ਨਹੀਂ ਕੋਈ ਪੂਰਾ ਨਹੀਂ ਕਰ ਸਕਦਾ ਆਪਣੇ ਕੰਮਾਂ ਨੂੰ। ਇਸ ਸ਼ਬਦ ਵਿੱਚ ਵੀ ਅਗਾਹਾਂ ਜਾ ਕੇ ਸਤਿਗੁਰੂ ਜੀ ਸਮਝਾਉਂਦੇ ਆ ਵੀ ਬੰਦਾ ਭਾਈ ਇੱਥੇ ਕਰਮ ਕਰਨ ਆਉਂਦਾ ਜਿਹੜਾ, ਇਹਦੇ ਕਾਜ ਊਣੇ ਹੀ ਰਹਿ ਜਾਂਦੇ ਆ, ਘੱਟ ਹੀ ਰਹਿ ਜਾਂਦੇ ਆ, ਪੂਰਨ ਨਹੀਂ ਹੁੰਦੇ। ਹਰ ਇੱਕ ਅਧੂਰਾ ਹੀ ਜਾਂਦਾ ਸੰਸਾਰ ਦੇ ਵਿੱਚੋਂ, ਹਰ ਇੱਕ। ਇੱਥੇ ਨਾ ਕੋਈ ਗੁਰੂ ਪਿਆਰਿਓ ਰੱਜ ਕਰਕੇ ਅੱਖੀਆਂ ਕਰਕੇ ਵੇਖ ਕੇ ਗਿਆ ਸੰਸਾਰ ਨੂੰ। ਕਿਸੇ ਨੇ ਕਿਹਾ ਵੀ ਬਹੁਤ ਕੁਝ ਦੇਖ ਲਿਆ, ਠੀਕ ਹੈ। ਨਾ ਗੁਰੂ ਪਿਆਰਿਓ ਸੁਣ ਕੇ ਇਹ ਥੱਕਿਆ, ਇਹਨੇ ਆਖਣਾ ਨਹੀਂ ਕੀਤਾ ਕਿਸੇ ਨੇ ਵੀ ਬਈ ਹੁਣ ਬੜਾ ਕੁਝ ਸੁਣ ਲਿਆ, ਬਸ ਸੁਣਨੀ। ਕੋਈ ਬੋਲ ਕੇ ਨਹੀਂ ਥੱਕਿਆ ਹੈ, ਕੋਈ ਸੁਗੰਧ ਲੈ ਕੇ ਨਹੀਂ ਥੱਕਿਆ, ਕਿਉਂਕਿ ਮਾਲਿਕ ਨੇ ਇਹ ਆਖਣਾ ਕੀਤਾ ਭਾਈ ਸਾਹਿਬ ਦੇ ਬਚਨ ਪੜ੍ਹਦਿਆਂ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸੇ, ਉਸਤਤ ਨਿੰਦਾ ਕਰਨ ਸੁਣ ਰੋਬਣ ਤੇ ਹਾਥੇ। ਸਾਹਿਬ ਕਹਿੰਦੇ ਹੈ ਭਾਈ ਸਾਹਿਬ ਜੀ, ਕਦੇ ਅੱਖਾਂ ਦੇਖ ਕੇ ਨਹੀਂ ਰੱਜੀਆਂ ਭਾਈ, ਉਸਤਤ ਨਿੰਦਾ ਸੁਣ ਕੇ ਕੰਨ ਨਹੀਂ ਰੱਜੇ ਹੈ, ਸਾਦੀ ਜੀਭ ਨਾ ਰੱਜੀਆ ਕਰ ਭੋਗ ਬਲਾਸੇ। ਕਹਿੰਦੇ ਆ ਜੇਬਾ ਸਵਾਦਾਂ ਨਾਲ ਨਹੀਂ ਰੱਜੀ, ਨੱਕ ਨਾ ਰਜਾ ਸੁਗੰਧ ਲੈ ਦੁਰਗੰਧ ਸਵਾਸੇ, ਭਾਵ ਕੇ ਆ ਨਾਸਕਾਂ ਵੀ ਨਹੀਂ ਰੱਜੀਆਂ ਗੁਰੂ ਪਿਆਰਿਓ, ਭਾਵ ਕੇ ਇਹਦੇ ਵਿੱਚ ਜਾ ਕੇ ਭਾਈ ਸਾਹਿਬ ਜੀ ਨੇ ਆਖਣਾ ਕੀਤਾ ਆਖਰ ਵਿੱਚ, ਰੱਜ ਨਾ ਕੋਈ ਜੀਵਿਆ। ਰੱਜ ਕੇ ਕੋਈ ਨਹੀਂ ਜੀਵਿਆ। ਕਿਸੇ ਨੇ ਨਹੀਂ ਕਿਹਾ ਵੀ ਬਸ ਬਹੁਤ ਕੁਛ ਦੇਖ ਲਿਆ, ਅਧੂਰ ਪਾਣੀ ਮਨ ਵਿੱਚ ਲੱਗਦਾ। ਉੱਦਾਂ ਭਾਵੇਂ ਕੋਈ ਕਹਿ ਦਿੰਦਾ ਔਖਿਆਈ ਵਿੱਚ, ਭਾਵ ਕਿ ਜਦੋਂ ਸਰੀਰ ਕਰਕੇ ਬੰਦੇ ਨੂੰ ਦੁੱਖ ਲੱਗਦਾ ਤੇ ਕਹਿੰਦਾ ਹੁਣ ਬਹੁਤ ਹੋ ਗਿਆ ਵੀ ਮਾਲਕ ਹੁਣ ਲਈ ਜਾਵੇ, ਪਰ ਉੱਦਾਂ ਅੰਦਰੋਂ ਕੋਈ ਨਹੀਂ ਰੱਜਦਾ। ਅੰਦਰੋਂ ਹਲੇ ਵੀ ਮਨ ਭਾਵ ਕੇ ਆਖਰ ਸਮੇਂ ਤੇ ਜਾ ਕੇ ਵੀ ਕਹਿੰਦਾ ਵੀ ਅਜੇ ਹੋਰ ਸਮਾਂ ਮਿਲ ਜੇ, ਅਜੇ ਹੋਰ ਕੁਛ ਸੁਣ ਲਈਏ, ਅਜੇ ਹੋਰ ਕੁਛ ਬੋਲ ਲਈਏ, ਹੋਰ ਕੁਛ ਵੇਖ ਲਈਏ। ਭਾਵ ਕੇ ਭਾਈ ਸਾਹਿਬ ਕਹਿੰਦੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਕੂੜਾ ਪ੍ਰਵਾਸਾ, ਬਸ ਭਰੋਸੇ ਕੂੜਿਆਂ ਤੇ ਜਿਉਂਦਾ ਹੈ, ਝੂਠੇ ਭਰੋਸਿਆਂ ਤੇ ਹੈ। ਸੱਚਾ ਭਰੋਸਾ ਜਿਹੜਾ ਮਾਲਿਕ ਦਾ, ਉਹ ਤੇ ਕੋਈ ਬਿਰਲਾ ਹੈ। ਇਸੇ ਕਰਕੇ ਸਾਹਿਬਾ ਕਿਰਪਾ ਕੀਤੀ, ਸਾਨੂੰ ਸਮਝਾਇਆ ਵੀ ਆ ਸੱਚ ਧਨ ਪਾਲਾ ਭਾਈ। ਇਹ RAM ਨਾਮ ਦੀ ਪੂੰਜੀ ਹੈ ਜਿਹੜੀ ਸਤਿਪੁਰਸ਼ਾਂ ਕੋਲੋਂ ਮਿਲਦੀ ਹੈ। ਇਹਦੀ ਸਿੱਖਿਆ ਜਪਣ ਦੀ, RAM ਨਾਮ ਦੀ। ਸਾਧੂ ਲੋਕ ਸਤਿਗੁਰੂ ਦੀ ਕਿਰਪਾ ਸਦਕਾ ਆ ਜੋ ਸਾਡੇ ਕੋਲੇ 35 ਮਹਾਨ ਪੁਰਖ ਬੈਠੇ ਆ, ਜਿਨ੍ਹਾਂ ਦੀ ਬਾਣੀ ਪੜ੍ਹਦੇ ਆ ਆਪਾਂ, ਇਹ ਸਮਝਾਉਂਦੇ ਆ ਸਾਨੂੰ ਵੀ ਇਉਂ ਜਪ ਭਾਈ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ। ਸਾਰੀ ਮਨੋਰਥ ਸਾਡੇ ਕੰਮ ਨੇ ਪੂਰੇ ਹੋ ਜਾਂਦੇ ਆ, ਫਿਰ ਰੱਜ ਆ ਜਾਂਦਾ ਜ਼ਿੰਦਗੀ ਦੇ ਵਿੱਚ। ਨਹੀਂ ਤਾਂ ਭੁੱਖਿਆ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ। ਸਾਹਿਬ ਨੇ ਆਖ ਦਿੱਤਾ ਗੱਲਾਂ ਨਾਲ ਨਹੀਂ ਜਾਂਦੀ ਹੈ ਭੁੱਖ, ਨਾਨਕ ਭੁੱਖਾ ਤਾਂ ਰੱਜੀ। ਕਹਿੰਦੇ ਤਾਂ ਰੱਜ ਆਉਂਦਾ ਜਾਂ ਗੁਣ ਕੈ ਗੁਣੀ ਸਮਾਏ। ਜੇ ਗੁਣਾਂ ਨੂੰ ਸਮਝ ਕੇ ਗੁਣਾਂ ਵਿੱਚ ਸਮਾ ਜਾਈਏ, ਗੁਣਾਂ ਨੂੰ ਆਪਣੇ ਵਿੱਚ ਸਮਾ ਲਈਏ, ਆਪਣੀ ਜ਼ਿੰਦਗੀ ਵਿੱਚ ਲੈ ਆਈਏ ਵਾਹਿਗੁਰੂ ਦੇ ਗੁਣਾਂ ਨੂੰ, ਤੇ ਫਿਰ ਕਦੇ ਇਹ ਰੱਜ ਸਕਦਾ। ਨਹੀਂ ਤਾਂ ਗੁਰੂ ਪਿਆਰਿਓ ਰੱਜ ਨਾ ਕੋਈ ਜੀਵਿਆ। ਕੂੜੇ ਪ੍ਰਵਾਸੇ ਭਾਈ ਸਾਹਿਬ ਨੇ ਕਹਿ ਦਿੱਤਾ ਹੈ। ਤਾਂ ਤੇ ਆਓ ਸਾਹਿਬਾ ਸਾਨੂੰ ਸਮਝਾਉਂਦੇ ਆ, ਹਰ ਚਰਨ ਕਮਲ ਸਰਨਾਈ ਮਨਾ, RAM ਨਾਮ ਜਪ ਸੰਗ ਸਹਾਈ, ਗੁਰਮੁਖ ਪਾਵੈ ਸਾਚ ਧਨਾ। ਸੱਚਾ ਧਨ ਜੇ ਪਾਉਣਾ, ਅਸਲ ਧਨ ਨੂੰ ਪਾਉਣਾ ਭਾਈ। ਜੇ ਸੱਚਾ ਧਨ ਕਿਹੜਾ? ਜਿਹੜਾ ਨਖੁੱਟਣ ਵਾਲਾ ਨਹੀਂ, ਕਦੇ ਖਤਮ ਹੋਣ ਵਾਲਾ ਨਹੀਂ, ਜਿਹੜਾ ਹਰ ਸਮੇਂ ਸਾਡੀ ਜ਼ਿੰਦਗੀ ਦੇ ਕੰਮ ਆਉਂਦਾ ਹੈ, ਉਹ ਸੱਚਾ ਧਨ ਹੈ। ਬਾਕੀ ਇੱਥੇ ਸੱਚ ਕੁਛ ਨਹੀਂ, ਝੂਠ ਕਹਿਤਾ ਮਾਲਕ ਨੇ ਸਭ ਕਾਸ਼ੇ ਨੂੰ। ਆ ਸਰੀਰ ਨੂੰ ਵੀ ਕਹਿ ਦਿੱਤਾ ਹੈ
ਵੀ ਆ ਸਰੀਰ ਵੀ ਨਾਸ਼ਵੰਤ ਹੈ, ਸਭ ਕੁਝ ਹੀ ਭਾਵਕਾਰੀਤਾ। ਤੇ ਆਓ ਸਤਿਗੁਰੂ ਜੀ ਸ਼ਬਦ ਵਿੱਚ ਸਾਨੂੰ ਸਮਝਾਉਂਦੇ ਆ। ਆਰੰਭਤਾ ਤੋਂ ਆਓ ਆਪਾਂ ਹੁਣ ਸਮਝਣ ਦੀ ਕੋਸ਼ਿਸ਼ ਕਰੀਏ ਜੋ ਸਾਹਿਬਾ ਆਰੰਭਤਾ ਤੋਂ ਕਿਰਪਾ ਕਰ ਰਹੇ ਨੇ। ਨਾ ਤਨ ਤੇਰਾ ਨਾ ਮਨ ਤੋਹੇ, ਮਾਇਆ ਮੋਹੇ ਵਿਆਪਿਆ ਤੋਹੇ। ਕੁਦਮ ਕਰੈ ਗਾਡਰ ਜਿਉ ਸੇਲ, ਆਚੰਤ ਜਾਲ ਕਾਲ ਚੱਕਰ ਪੇਲ। ਸਾਹਿਬ ਕਹਿੰਦੇ ਨਾ ਤਨ ਤੇਰਾ। ਐ ਭਾਈ ਆ ਜਿਹੜਾ ਤਨ ਹੈ, ਸਾਹਿਬ ਕਹਿੰਦੇ ਨੇ ਇਹ ਤੇਰਾ ਨਹੀਂ ਹੈ। ਆ ਸਰੀਰ ਹੈ ਜਿਹੜਾ, ਜੇ ਸਾਡਾ ਹੋਵੇ ਗੁਰੂ ਪਿਆਰਿਓ, ਸਾਡੀ ਮਰਜ਼ੀ ਨਾਲ ਚੱਲਦਾ ਹੋਵੇ, ਆਉਂਦਾ ਜਾਂਦਾ ਹੋਵੇ, ਤਾਂ ਅਸੀਂ ਇਹਦਾ ਬੜਾ ਕੁਛ ਕਰੀਏ। ਬਾਲਪਣ ਵਿੱਚ ਮਨ ਹੋਏ ਤੇ ਅਸੀਂ ਜਵਾਨੀ ਵਿੱਚ ਨਾ ਜਾਈਏ, ਜਵਾਨ ਵਿੱਚ ਮਨ ਲੱਗ ਗਿਆ ਤੇ ਵਡੇਪੇ ਵਿੱਚ ਨਾ ਜਾਈਏ। ਭਾਵ ਸਾਡੇ ਹੱਥ ਵਿੱਚ ਨਹੀਂ ਆ ਤਨ ਵੀ। ਇਹ ਤਾਂ ਸਤਿਗੁਰਾਂ ਨੇ ਬਾਣੀ ਵਿੱਚ ਆਖੜਾ ਕੀਤਾ ਵੀ ਵੈਦ ਲੋਕ ਵੀ ਇਹ ਵਚਨ ਕਰਦੇ ਆ, ਬੜੇ ਗਰੰਟੀਆਂ ਦਿੰਦੇ ਆ, ਆਪਣੀ ਆਪ ਤੇ ਆਪਣੀ ਮੈਡੀਸਨ ਦਵਾਈ ਔਸ਼ਧੀਆਂ ਦੇ ਉੱਪਰ ਮਾਣ ਕਰਦੇ ਹੋਏ ਕਹਿੰਦੇ ਆ ਵੀ ਸਾਡੇ ਕੋਲੇ ਆ ਜੇ ਸਵਾਸ ਚੱਲਦਾ ਹੋਵੇ ਤੇ ਅਸੀਂ ਮਰਨ ਨਹੀਂ ਦਿੰਦੇ। ਪਰ ਕਈ ਵਾਰ ਉਹਨਾਂ ਦੇ ਹੱਥਾਂ ਵਿੱਚ ਵੀ ਐਸਾ ਕਰਮ ਹੋ ਜਾਂਦਾ ਹੈ ਤੇ ਫਿਰ ਗੁਰੂ ਪਿਆਰਿਓ ਉੱਥੇ ਇਹੋ ਹੀ ਵਚਨ ਕਹਿਣਾ ਪੈਂਦਾ ਜੋ ਗੁਰੂ ਬਾਬਾ ਜੀ ਨੇ ਸਾਨੂੰ ਸਮਝਾਉਣ ਲਈ ਬਾਣੀ ਵਿੱਚ ਆਖਣਾ ਕੀਤਾ ਵੀ ਵੈਦ ਕਹੇ ਹਾਂ ਹੋਈ ਭਲਾ, ਦਾਰੂ ਮੇਰੇ ਵਸ। ਵੈਦ ਲੋਕ ਕਹਿੰਦੇ ਆ, ਡਾਕਟਰ ਸਾਹਿਬਾਨ ਕਹਿੰਦੇ ਆ ਵੀ ਅਸੀਂ ਭਾਈ ਬੜਾ ਕੁਝ ਸਿੱਖਿਆ ਹੋਇਆ ਤੇ ਸਾਡੇ ਹੱਥ ਵਿੱਚ ਦਾਰੂ ਹੈ, ਆ ਵੀ ਰੋਗ ਖਤਮ ਕਰ ਦਿੰਦੇ ਆ, ਆ ਵੀ ਕਰ ਦਿੰਦੇ ਆ, ਆ ਵੀ ਕਰ ਦਈਦਾ। ਪਰ ਕੀ ਕਹਿੰਦੇ ਆ, ਵੈਦ ਕਹੇ ਹਉ ਹੀ ਭਲਾ, ਦਾਰੂ ਮੇਰੇ ਵਸ। ਤੇ ਅੱਗੇ ਜਦੋਂ ਭਾਣਾ ਵਾਪਰਦਾ ਫਿਰ ਕਹਿੰਦੇ ਆ ਇਹ ਤੋ ਬਸਤ ਗੋਪਾਲ ਕੀ, ਜਬ ਭਾਵੈ ਲੈ ਖਸ। ਕਹਿੰਦੇ ਇਹ ਤਾਂ ਭਾਈ ਵਸਤੂ ਜਿਹੜੀ ਜਿੰਦ ਹੈ ਇਹ ਤਾਂ ਗੋਪਾਲ ਦੀ ਹੈ। ਗੋ ਧਰਤੀ ਨੂੰ ਕਹਿੰਦੇ ਆ ਪਾਲ ਪਾਲਣ ਹਾਰਾ ਪਰਮੇਸ਼ਰ ਹੈ। ਕਹਿੰਦੇ ਤਾਂ ਵਾਹਿਗੁਰੂ ਦੇ ਹੱਥ ਹੈ ਭਾਈ ਸਵਾਸ ਦੇਣਾ ਮਾਲਕ ਨੇ। ਇਹ ਵਾਹਿਗੁਰੂ ਦੇ ਹੱਥ ਹੈ ਜਿੰਦ ਰੱਖਣੀ ਤੇ ਕੱਢਣੀ। ਸਾਹਿਬ ਕਹਿੰਦੇ ਇਹ ਤਾਂ ਉਸ ਵਾਹਿਗੁਰੂ ਦੇ ਹੱਥ ਹੈ, ਭਾਵ ਸਾਡੇ ਹੱਥ ਕੁਛ ਨਹੀਂ ਹੈ। ਤੇ ਸਾਹਿਬ ਨੇ ਕਹਿਤਾ ਨਾ ਤਨ ਤੇਰਾ। ਐ ਭਲਿਆ ਇਹ ਤਨ ਵੀ ਤੇਰਾ ਨਹੀਂ ਜੀ ਤੇ ਕਬਜ਼ਾ ਕੀਤਾ ਹੋਇਆ। ਅਸੀਂ ਕਹਿੰਦੇ ਆ ਮੇਰਾ ਸਰੀਰ ਮੇਰਾ ਆ। ਸਾਹਿਬ ਕਹਿੰਦਾ ਮੇਰੀ ਮੇਰੀ ਕਰਨ ਵਾਲੇ ਬੜੇਗਾ ਦੁਨੀਆ ਤੋਂ। ਆਖਣਾ ਕੀਤਾ ਸਾਹਿਬ ਨੇ ਮੇਰੀ ਮੇਰੀ ਕੈਰੋਂ ਕਰਤੇ ਦਰ ਜੋਧਨ ਤੇ ਭਾਈ। ਮੇਰੀ ਮੇਰੀ ਕਰਦੇ ਸਨ ਪਰ ਉਹਨਾਂ ਦੀ ਹਾਲਤ ਕੈਸੀ ਹੋਈ। ਸਾਹਿਬ ਕਹਿੰਦੇ ਆ ਮੇਰੀ ਮੇਰੀ ਕੈਰੋਂ ਕਰਤੇ ਦਰ ਜੋਧਨ ਤੇ ਭਾਈ। 12 ਜੋਜਨ ਸਤਰ ਚਲੈਤਾ ਦੇਹੀ ਗਰਜਨ ਖਾਈ। ਐਸੀ ਹਾਲਤ ਹੋਈ। ਸਾਹਿਬ ਕਹਿੰਦੇ ਮੇਰੀ ਮੇਰੀ ਕਰਨ ਵਾਲਿਆਂ ਨੇ। ਸਰਬਜੀਤ ਨਾਮ ਰਖਵਾਇਆ ਸਿਕੰਦਰ ਬਾਦਸ਼ਾਹ ਨੇ। ਉਹ ਵੀ ਕਹਿੰਦਾ ਸੀ, ਮਾਂ ਨੂੰ ਕਹਿ ਕੇ ਚੱਲਿਆ ਸੀ, ਮਾਂ ਤੈਨੂੰ ਆ ਕੇ ਕਿੱਸੇ ਸੁਣਾਵਾਂਗਾ, ਕਿੱਥੇ ਕਿੱਥੇ ਗਿਆ, ਕਿਵੇਂ ਜਿੱਤਾਂ ਪ੍ਰਾਪਤ ਕੀਤੀਆਂ, ਵੀ ਮੈਂ ਸਾਰੀ ਦੁਨੀਆ ਤੇ ਆਪਣਾ ਰਾਜ ਕਾਇਮ ਕਰਕੇ ਆਊਂ, ਸਾਰਿਆਂ ਨੂੰ ਜਿੱਤ ਕੇ ਆਊਂ। ਸਰਬਜੀਤ ਨਾਮਕ ਰਖਵਾਇਆ ਸੀ ਆਪਣਾ, ਨਾਂ ਸਿਕੰਦਰ ਸੀ। ਪਰ ਸਾਰਿਆਂ ਨੂੰ ਜਿੱਤਿਆ ਨਹੀਂ ਗਿਆ। ਰਸਤੇ ਵਿੱਚ ਹੀ ਗੁਰੂ ਪਿਆਰਿਓ ਦਾ ਖਾਤਮਾ ਹੋ ਗਿਆ। ਮਾਂ ਤੱਕ ਪਹੁੰਚ ਨਹੀਂ ਸਕਿਆ ਮੁੜ ਕੇ। ਇਸੇ ਕਰਕੇ ਭਾ ਬੜੇ ਵੱਡੇ ਵੱਡੇ ਯੋਧੇ ਆਏ ਸੰਸਾਰ ਤੇ। ਇੱਥੋਂ ਤਾਈ ਵੀ ਇਤਿਹਾਸ ਬੜਿਆਂ ਦੇ ਪੜ੍ਹਦੇ ਆ ਵੀ ਆਹ ਸਰੀਰ ਨੂੰ ਰੱਖਣ ਲਈ ਵੀ ਇੱਥੇ ਕਬਜ਼ਾ ਕਰਨ ਲਈ ਬੜੇ ਯਤਨ ਕੀਤੇ। ਪਰ ਜਿਹੜੀ ਮਰਜ਼ਾਦਾ ਮੇਰੇ ਵਾਹਿਗੁਰੂ ਨੇ ਬਣਾਈ, ਜੋ ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤਾ ਹੈ, ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ। ਬਾਰੀ ਆਪੋ ਆਪਣੀ ਕੋਈ ਨਾ ਬੱਧੈ ਧੀਰ। ਵੀ ਕੋਈ ਨਹੀਂ ਜਿਹੜਾ ਇੱਥੇ ਟਿਕ ਸਕੇ। ਇੱਥੇ ਕੋਈ ਨਹੀਂ ਗੁਰੂ ਪਿਆਰਿਓ, ਕਿਉਂਕਿ ਇੰਨੀ ਲੋਣੀ ਵੇਖਦਿਆਂ ਕੀਤੀ ਚੱਲ ਗਈ। ਇਹਨਾਂ ਅੱਖਾਂ ਨਾਲ ਵੇਖਦਿਆਂ ਬੜੀ ਦੁਨੀਆ ਚੱਲ ਗਈ। ਇਹ ਆਵਾਗਮਨ ਦਾ ਚੱਕਰ ਹੈ। ਤੇ ਸਾਹਿਬ ਕਹਿੰਦੇ ਆ ਬੰਦਿਆ ਤੂੰ ਉਹਨਾਂ ਵਿੱਚ ਹੀ ਆ ਜਿਹੜਾ ਤੈਨੂੰ ਅੱਜ ਸਰੀਰ ਮਿਲਿਆ ਕਨਾ, ਇਹ ਤੇਰਾ ਨਹੀਂ, ਇਹ ਵਾਹਿਗੁਰੂ ਵੱਲੋਂ ਬਖਸ਼ਿਸ਼ ਹੋਈ ਹੈ। ਸਾਹਿਬ ਕਹਿੰਦੇ ਨਾ ਤਨ ਤੇਰਾ ਨਾ ਮਨ ਤੋਹੇ। ਆ ਮਨ ਵੀ ਤੇਰਾ ਨਹੀਂ ਹੈ। ਜਿਹੜੇ ਮਨ ਦੇ ਨਾਲ ਮਨ ਆਈਆਂ ਕਰਦਾ ਫਿਰਦਾ, ਵੀ ਆਪਣੇ ਮੁਤਲਕ ਹੀ ਮਨ ਨੂੰ ਚਲਾਉਣਾ ਫਿਰਦਾ, ਸਾਹਿਬ ਕਹਿੰਦੇ ਇਹ ਵੀ ਤੇਰਾ ਨਹੀਂ। ਮਾਇਆ ਮੋਹੇ ਵਿਆਪਿਆ ਧੋਹੇ। ਸਾਹਿਬ ਕਹਿੰਦੇ ਐ ਭਲਿਆ
ਤੂੰ ਧਰੋ ਦੇ ਵਿੱਚ ਹੈ, ਭਾਵ ਕੇ ਧੋ ਕਹਿੰਦੇ ਨੇ ਠੱਗੀ ਨੂੰ, ਕਹਿੰਦੇ ਤੂੰ ਠੱਗਿਆ ਜਾ ਰਿਹਾ, ਤੂੰ ਭਾਈ ਧੋਖੇ ਵਿੱਚ ਹੈ। ਇਹ ਮਾਇਆ ਦੇ ਮੋਹ ਵਿੱਚ ਫਸ ਕੇ ਤੂੰ ਧੋਖੇ ਵਿੱਚ ਆ ਗਿਆ, ਭਾਵ ਕੇ ਭਰਮ ਵਿੱਚ ਪੈ ਗਿਆ, ਇਹਨੂੰ ਭੁਲੇਖਾ ਪੈ ਗਿਆ। ਆਪਾਂ ਕਹਿੰਦੇ ਹਾਂ ਵੀ ਬੰਦਾ ਧੋਖਾ ਖਾ ਗਿਆ ਜੀ, ਇਦਾਂ ਕਰਨਾ ਸੀ, ਇੱਧਰ ਨੂੰ ਚਲਿਆ ਗਿਆ, ਆਹ ਕੁਛ ਕਰ ਲਿਆ, ਇਹ ਧੋਖਾ। ਤੇ ਆਪਾਂ ਨੂੰ ਸਲ ਕਪਟ ਕਰਕੇ ਠੱਗ ਕੇ ਲੈ ਜਾਣ ਲੱਗ, ਕਹਿੰਦਾ ਫਲਾਣੇ ਨੇ ਵੀ ਧੋਖਾ ਕਰਤਾ ਮੇਰੇ ਨਾਲ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਕੁਝ ਹੋ ਜੂਗਾ। ਇਹ ਉਹੀ ਸਾਹਿਬ ਸਾਨੂੰ ਸਮਝਾਉਂਦੇ ਆ ਵੀ ਬੰਦਿਆ ਤੂੰ ਧੋਖੇ ਵਿੱਚ ਐ, ਤੂੰ ਭੁਲੇਖੇ ਵਿੱਚ ਆ, ਬਈ ਆਹ ਸਰੀਰ ਮੇਰਾ। ਸਾਹਿਬ ਕਹਿੰਦੇ ਤੂੰ ਭੁਲੇਖੇ ਵਿੱਚ ਐ ਵੀ ਆਹ ਮਨ ਮੇਰਾ। ਤੇ ਸਾਹਿਬਾ ਕਹਿੰਦਾ ਮਾਇਆ ਤੇਰੇ ਤੇ ਮੋਹਤ ਹੋ ਗਈ ਹੈ, ਤੂੰ ਮਾਇਆ ਮੋਹ ਚਿੱਕੜ ਦੇ ਵਿੱਚ ਫਸਿਆ ਪਿਆ ਹੈ। ਸਾਹਿਬ ਕਹਿੰਦੇ ਇਹ ਧੋਖੇ ਚ ਆ ਤੂੰ। ਕੁਦਮ ਕਰੇ ਗਾਡਰ ਜਾਂ ਸ਼ੇਰ ਸਮਝਣਾ ਕਰ। ਸਾਹਿਬ ਕਹਿੰਦੇ ਜਿਵੇਂ ਕੁਦਮ ਕਰਦੇ ਆ ਗਾਡਰ, ਗਾਡਰ ਗੁਰੂ ਪਿਆਰਿਓ ਬੱਚੇ ਨੂੰ ਕਿਹਾ, ਇੱਥੇ ਭੇਡ ਦੇ ਬੱਚੇ ਦੀ ਗੱਲ ਕੀਤੀ ਜਾਂਦੀ ਹੈ ਵੀ ਕੁਦਮ ਕਰੇ। ਕੁਦਮ ਕਹਿੰਦੇ ਆ ਕਲੋਲਾ ਨੂੰ ਆਪਣੇ ਬੱਚੇ ਨਾਲ, ਗੁਰੂ ਪਿਆਰਿਓ ਲੇਲੇ ਨਾਲ। ਭੇਡ ਹੈ ਜਿਹੜੀ ਬੜੀਆਂ ਕਲੋਲਾਂ ਕਰਦੀ ਹੈ। ਸਾਹਿਬ ਕਹਿੰਦੇ ਕੁਦਮ ਕਰੇ ਗਾਡਰ ਜਾਂ ਸ਼ੇਲ। ਸ਼ੇਲ ਦਾ ਭਾਵ ਹੈ ਵੀ ਭਾਵ ਬੱਚੇ ਦੇ ਨਾਲ, ਲੇਲੇ ਨਾਲ। ਅਚਿੰਤ ਜਾਲ ਕਾਲ ਚੱਕਰ ਪੇਲ। ਕਹਿੰਦੇ ਅਚਿੰਤ ਹੀ ਗੁਰੂ ਪਿਆਰਿਓ ਲੇਲੇ ਦੇ ਉੱਪਰ ਭਾਵ ਕੇ ਝਪਟ ਪੈ ਜਾਂਦੀ ਹੈ। ਝਪਟ ਹੁਣ ਤਾਂ ਭਾਵ ਇਹ ਰੱਖਣ ਵਾਲੇ ਉਹ ਬਣਾਏ ਨੇ, ਪਸ਼ੂ ਬਣਾਏ ਹੋਏ ਨੇ, ਭਾਵ ਕੇ ਜਿੱਦਾਂ ਅਵਾਰਾ ਫਿਰਦੇ ਜੰਗਲਾਂ ਦੇ ਵਿੱਚ, ਬੀਆ ਬਾਣਾ ਵਿੱਚ ਇਹ ਪਸ਼ੂ ਪਾਏ ਜਾਂਦੇ ਮਿਲਦੇ, ਤੇ ਉੱਥੇ ਸ਼ੇਰ ਆਦਿਕ ਬਘਿਆੜ ਆਦਿਕ ਆਉਂਦੇ ਤੇ ਏਦਾਂ ਲੇਲਿਆਂ ਨੂੰ ਚੁੱਕ ਕੇ ਲੈ ਜਾਂਦੇ, ਭਾਵ ਕਿ ਆਪਣਾ ਖਾਣਾ ਬਣਾ ਲੈਂਦੇ। ਅੱਜ ਵੀ ਇਹ ਜੰਗਲਾਂ ਵਿੱਚ ਹੈ ਕਰਮ। ਸਾਹਿਬ ਸਮਝਾਉਂਦੇ ਆ ਵੀ ਲੇਲੇ ਨੂੰ ਆਪਣੇ ਨੂੰ ਭੇਡ ਪਿਆਰ ਕਰਦੀ ਹੈ, ਕਲੋਲ ਕਰਦੀ ਹੈ। ਅਚਿੰਤ ਹੀ ਗੁਰੂ ਪਿਆਰਿਓ ਵੀ ਉਹਦੇ ਤੇ ਆ ਕੇ ਝਪਟ ਪੈ ਜਾਂਦੀ ਹੈ ਮੌਤ ਦੀ। ਇਉਂ ਹੀ ਸਾਹਿਬ ਜੀ ਕਹਿੰਦੇ ਨੇ ਇਹ ਸਾਡਾ ਭਾਈ ਹਾਲ ਹੈ। ਅਸੀਂ ਆਹ ਸਰੀਰ ਦੇ ਨਾਲ ਬੜਾ ਪਿਆਰ ਕਰਦੇ ਹਾਂ। ਠੀਕ ਹੈ, ਕਰਨਾ ਚਾਹੀਦਾ, ਕੋਈ ਮਾੜੀ ਗੱਲ ਨਹੀਂ, ਸਾਂਭ ਸੰਭਾਲ ਚੰਗੀ ਕਰਨੀ ਚਾਹੀਦੀ ਹੈ, ਪਰ ਇਹਦੇ ਵਿੱਚ ਖਚਤ ਨਹੀਂ ਹੋਣਾ ਚਾਹੀਦਾ। ਇਹਦੇ ਵਿੱਚ ਇਹਦਾ ਮਾਣ ਨਹੀਂ ਕਰਨਾ ਚਾਹੀਦਾ, ਕਿਉਂਕਿ ਮਾਣ ਦੇ ਵਿੱਚ ਆ ਕੇ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ ਵੀ ਆਹ ਸਰੀਰ ਮੇਰਾ ਐਸਾ ਜੀ ਐਸਾ। ਬੜੇ ਵੇਖਿਆ ਗੁਰੂ ਪਿਆਰਿਓ, ਬਹੁਤ ਤਕੜੇ ਤਕੜੇ ਸਰੀਰ ਸਾਡੀਆਂ ਅੱਖਾਂ ਦੇ ਸਾਹਮਣੇ ਆਪਾਂ ਵੇਖਦੇ ਹਾਂ ਵੀ ਸਮਾਂ ਆ ਜਾਂਦਾ ਨਿਰਬਲ ਹੋ ਜਾਂਦੇ, ਕੋਈ ਬਲ ਨਹੀਂ ਰਹਿੰਦਾ। ਅਗਲਾ ਕਹਿੰਦਾ ਵੀ ਆਪਣੀ ਭਰ ਜਵਾਨੀ ਵਿੱਚ ਆਹ ਕੁਝ ਕਰ ਦਿੰਦਾ ਸੀ, ਅੱਜ ਵੇਖੋ ਕੀ ਹਾਲ ਹੋਇਆ। ਐਸਾ ਸਰੀਰ। ਪ੍ਰਦਰਸ਼ਨੀਆਂ ਕੀਤੀਆਂ ਜਾਂਦੀਆਂ ਨੇ, ਸਰੀਰਾਂ ਕਰਕੇ ਬੜਾ ਕੁਛ ਕੀਤਾ ਜਾਂਦਾ। ਸਾਹਿਬਾਂ ਨੇ ਬਾਣੀ ਵਿੱਚ ਸਾਨੂੰ ਆਖਣਾ ਕੀਤਾ, ਸਮਝਾਇਆ। ਬੜੀ ਵਾਰੀ ਬਚਨ ਪੜ੍ਹਦੇ ਆਪਾਂ, ਸਾਹਿਬ ਕਹਿੰਦੇ ਆ ਬਾਊ ਸੰਦੇ ਕੱਪੜੇ ਪਹਿਰੇ ਗਰਭ ਗਵਾਰ। ਸਾਹਿਬ ਕਹਿੰਦੇ ਆ ਸਰੀਰ ਦੀਆਂ ਪ੍ਰਦਰਸ਼ਨੀਆਂ ਕਰਨ ਲਈ, ਆਪਣਾ ਮਾਣ ਦਿਖਾਉਣ ਦੇ ਲਈ। ਸਾਹਿਬ ਕਹਿੰਦੇ ਇਹ ਬਾਊ ਸੰਦੇ ਕੱਪੜੇ ਪਹਿਨਦਾ। ਬਾਊ ਦਾ ਭਾਵ ਹੁੰਦਾ ਬਰੀਕ, ਬਰੀਕ ਦਾ ਭਾਵ ਪਤਲੇ ਤੋਂ ਪਤਲਾ। ਪ੍ਰਦਰਸ਼ਨੀ ਲਈ ਵੀ ਲੋਕ ਵੇਖਣ ਵੀ ਕੈਸਾ ਬਣਿਆ ਸਰੀਰ ਹੈ। ਤੇ ਸਾਹਿਬ ਕਹਿੰਦੇ ਆ ਵੀ ਇਹ ਗਰਬ ਕਰਦਾ, ਆਪਣੇ ਸਰੀਰ ਦਾ ਮਾਣ ਕਰਦਾ। ਬਾਊ ਸੰਦੇ ਕੱਪੜੇ ਪਹਿਨਦਾ ਹੈ। ਸਾਹਿਬ ਕਹਿੰਦੇ ਗਰਭ ਗਵਾਰ, ਗਰਭ ਕਰਦਾ। ਇਹ ਗਵਾਰ ਮੂਰਖ ਮਨ ਨੂੰ ਪਤਾ ਨਹੀਂ ਵੀ ਆਹ ਸਰੀਰ ਇਹ ਤਾਂ ਮਾਲਕ ਦੀ ਬਖਸ਼ਿਸ਼ ਹੈ, ਵੀ ਪਤਾ ਨਹੀਂ ਕਦੋਂ ਕੀ ਵਾਪਰ ਜਾਣਾ। ਮਾਣ ਨਹੀਂ ਕਰਨਾ ਚਾਹੀਦਾ। ਤੇ ਸਾਹਿਬਾ ਕਹਿੰਦੇ ਆ ਨਾਨਕ ਏਵ ਨਾ ਜਪਈ ਜਲ ਬਲ ਹੋਏ ਸਾਰ। ਕਹਿੰਦੇ ਇਹਨੂੰ ਪਤਾ ਨਹੀਂ ਵੀ ਇਹ ਸਰੀਰ ਨੇ ਤਾਂ ਜਲ ਬਲ ਜਾਣਾ, ਸਵਾਹ ਬਣ ਜਾਣਾ ਇੱਕ ਦਿਨ। ਇਹਦਾ ਮਾਣ ਕਰਦਾ। ਤੇ ਇਸੇ ਕਰਕੇ ਸਾਹਿਬਾਂ ਨੇ ਇਹ ਕਿਰਪਾ ਕੀਤੀ ਹੈ, ਸਾਨੂੰ ਸਮਝਾਉਣਾ ਕੀਤਾ ਹੈ ਬਈ ਅਚਿੰਤ ਜਾਲ ਕਾਲ ਚੱਕਰ ਪੇਲ। ਕਹਿੰਦੇ ਚੱਕਰ ਚੱਲਦਾ ਭਾਈ ਕਾਲ ਦਾ। ਕਾਲ ਦਾ ਚੱਕਰ ਕੀ? ਵੀ ਸਮੇਂ ਦਾ ਚੱਕਰ ਹੈ। ਸਮੇਂ ਸਮੇਂ ਦੇ ਨਾਲ ਹੀ ਆਹ ਸਰੀਰ ਤਾਂ ਭਾਈ ਜਾਂਦਾ ਆਉਂਦਾ ਰਹਿੰਦਾ। ਬਾਲਪਣ ਵਿੱਚ ਕੈਸਾ ਹੈ, ਜਵਾਨੀ ਵਿੱਚ ਕੈਸਾ ਹੋ ਜਾਂਦਾ, ਤੇ ਬੁਢੇਪੇ ਵਿੱਚ ਜਾ ਕੇ ਕੈਸਾ ਹੋ ਜਾਂਦਾ। ਇਹ ਸਭ ਆਪਾਂ ਵੇਖਦੇ ਹਾਂ, ਸਾਰਿਆਂ ਨੂੰ ਪਤਾ ਹੈ। ਪਤਾ ਹੁੰਦਿਆਂ ਹਵਾਉਂਦਿਆਂ ਵੀ ਫੇਰ ਵੀ ਇਤਨਾ ਮਾਣ ਸਾਡਾ। ਸਾਹਿਬ ਕਹਿੰਦੇ ਨੇ, ਇਹ ਵੀ ਵਚਨ ਆਪਾਂ ਪੜ੍ਹਦੇ ਰਹਿੰਦੇ ਹਾਂ ਵੀ ਸਤਿਗੁਰੂ ਕਹਿੰਦੇ ਜਾਣਦਾ ਤਾਂ ਸਭ ਕੁਛ ਹੈ, ਪਰ ਜਾਣਦਾ ਹੋਇਆ ਫੇਰ ਉਹੀ ਗੱਲਾਂ ਹੀ ਕਰੀ ਜਾਂਦਾ ਮਨ ਸਾਡਾ। ਮਨ ਜਾਣਤ ਸਭ ਬਾਤ। ਸਾਹਿਬਾ ਕਹਿੰਦੇ ਜਾਣਤ ਹੀ ਔਗਣ ਕਰੇ। ਜਾਣਦਾ ਹੋਇਆ ਹੀ ਇਹ ਔਗਣ ਭਾਵ ਕੇ ਮਾੜੇ ਕਰਮ ਕਰੀ ਜਾ ਰਿਹਾ।
ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਭਰੇ। ਕਹਿੰਦੇ ਕਿਹੜੀ ਇਹ ਭਲੀ ਗੱਲ ਆ ਕੋਈ? ਇਹ ਕੋਈ ਪੜ੍ਹੇ ਲਿਖਿਆਂ ਵਾਲੀ ਗੱਲ ਹੈ ਸਾਹਿਬ? ਕਹਿੰਦੇ ਇਹ ਸਮਝ ਹੋਇਆਂ ਵਾਲੀ ਗੱਲ ਹੈ ਵੀ ਹੱਥ ਵਿੱਚ ਦੀਵਾ ਹੋਵੇ ਬੰਦੇ ਦੇ ਤੇ ਖੂਹ ਵਿੱਚ ਡਿੱਗ ਪਵੇ? ਨਹੀਂ, ਇਹ ਭਾਵ ਕਿ ਅਗਿਆਨ ਵਾਲੀ ਗੱਲ ਹੈ। ਜੇ ਹੱਥ ਵਿੱਚ ਪ੍ਰਕਾਸ਼ ਹੈ ਤੇ ਪ੍ਰਕਾਸ਼ ਤੋਂ ਇਹਨੇ ਸਮਝ ਨਹੀਂ ਲਈ, ਪ੍ਰਕਾਸ਼ ਨਾਲ ਇਹਨੇ ਵੇਖਣਾ ਨਹੀਂ ਕੀਤਾ ਵੀ ਅੱਗੇ ਕੀ ਆ, ਮੈਂ ਕਿੱਧਰ ਨੂੰ ਤੁਰਿਆ ਜਾਣਾ, ਤੇ ਅਗਲਾ ਤਾਂ ਕਹੇਗਾ ਹੀ ਗੁਰੂ ਪਿਆਰੇ ਵੀ ਹੱਥ ਵਿੱਚ ਤੇਰੇ ਚਾਨਣ ਫੜਿਆ ਭਰਿਆ ਵੀ ਤੈਨੂੰ ਅੱਗੇ ਟੋਆ ਨਹੀਂ ਦਿਸਿਆ, ਡਿੱਗ ਪਿਆ ਹੈ। ਭਾਵ ਕੀ ਹੈ ਵੀ ਜਾਣਦਾ ਸਭ ਕੁਝ ਹੈ, ਬੰਦਾ ਬੜਾ ਗਿਆਨਵਾਨ ਹੈ। ਅੱਜ ਕੋਈ ਨਹੀਂ ਕਹਿੰਦਾ ਵੀ ਮੈਨੂੰ ਕੁਛ ਪਤਾ ਨਹੀਂ ਹੈ। ਹਰ ਇੱਕ ਸਮਝਿਆ ਹੋਇਆ ਅਖਵਾਉਂਦਾ ਆਪਣੇ ਆਪ ਨੂੰ, ਹਰ ਇੱਕ ਪੜ੍ਹਿਆ ਲਿਖਿਆ ਹੋਇਆ, ਹਰ ਇੱਕ ਕਹਿੰਦਾ ਸਾਨੂੰ ਕਿਹੜਾ ਪਤਾ ਨਹੀਂ ਹੈ, ਤੂੰ ਬਹੁਤਾ ਦੱਸਣ ਵਾਲਾ ਵੀ ਸਾਨੂੰ ਸਭ ਕੁਝ ਪਤਾ ਹੀ ਹੈ। ਪਰ ਮਾਲਕ ਕਹਿੰਦੇ ਪਤਾ ਹੁੰਦਿਆਂ ਹਵਾਉਂਦਿਆਂ ਬੰਦਿਆ ਤੇਰਾ ਕਰਮ ਦੇਖ ਕੈਸਾ, ਤੂੰ ਕਿਵੇਂ ਠੇਡੇ ਕਰਦਾ ਫਿਰਦਾ, ਕਿਵੇਂ ਅੱਜ ਚਿੰਤਾਗ੍ਰਸਤ ਹੋਇਆ ਹੋਇਆ, ਕਿਵੇਂ ਅੱਜ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋਇਆ ਪਿਆ। ਪਤਾ ਸਭ ਕੁਝ ਹੈ ਤੇ ਫਿਰ ਪਤਾ ਹੁੰਦਿਆਂ ਹੋਇਆਂ ਉਸ ਰਸਤੇ ਤੇ ਨਹੀਂ ਚੱਲਦਾ ਜਿਹੜਾ ਮੰਜ਼ਿਲ ਵੱਲ ਜਾ ਰਿਹਾ, ਫੇਰ ਵੀ ਖੁਆਰੀ ਹੈ। ਸੋ ਇਸੇ ਕਰਕੇ ਸਾਹਿਬਾਂ ਨੇ ਆਖਣਾ ਕੀਤਾ ਹੈ ਵੀ ਆ ਭਾਈ ਇਹ ਚੱਕਰ ਹੈ ਸਮੇਂ ਦਾ, ਅਚਿੰਤ ਜਾਲ, ਇਹ ਜਾਲ ਪਿਆ ਮਾਇਆ ਮੋਹ ਮਮਤਾ ਦਾ, ਕਾਲ ਚੱਕਰ ਪੇਲ, ਤੇ ਐਸੇ ਚੱਕਰ ਵਿੱਚ ਫਸਿਆ। ਇਸੇ ਕਰਕੇ ਸਾਹਿਬਾਂ ਨੇ ਆਖਣਾ ਕੀਤਾ ਹਰ ਚਾਰਨ ਕਮਲ ਸਰਣਾਈ ਮਨਾ, ਐ ਮਨ ਮੇਰਿਆ ਵਾਹਿਗੁਰੂ ਦੇ ਚਾਰਨ ਸਰਣ ਵਿੱਚ ਰਹਿਣਾ ਕਰ, ਚਰਨ ਕਮਲਾਂ ਦੀ ਸਰਣਾਈ ਵਿੱਚ ਆ ਜਾ। ਰਾਮ ਨਾਮ ਜਪ, ਸੰਗ ਸਹਾਈ ਰਾਮ ਨਾਮ ਦਾ ਜਾਪ ਜਪਿਆ ਕਰ, ਤੇਰਾ ਸੰਗੀ ਸਾਥੀ ਹੋਵੇਗਾ ਇਹ ਰਾਮ ਨਾਮ। ਇਹ ਰਾਮ ਨਾਮ ਨਹੀਂ ਤੈਨੂੰ ਕੱਢਣਾ ਇਸ ਗੁਲਤਾਨ ਦਾ ਵਿੱਚੋਂ। ਤੇ ਸਾਹਿਬ ਕਹਿੰਦੇ ਗੁਰਮੁਖ ਪਾਵੇ ਸਾਚ ਧਨਾ, ਗੁਰੂ ਦੀ ਮੱਤ ਲੈ, ਗੁਰੂ ਸਾਹਿਬ ਨਾਲ ਜੁੜ, ਗੁਰੂ ਸਾਹਿਬ ਦੇ ਕੋਲੋਂ ਸੱਚਾ ਧਨ ਤੈਨੂੰ ਪ੍ਰਾਪਤ ਹੋ ਜਾਏਗਾ। ਜਿਹੜਾ ਸੱਚ ਧਨ ਹੈ ਉਹਦਾ ਕੋਈ ਡਰ ਨਹੀਂ ਹੁੰਦਾ। ਸੱਚ ਧਨ ਕਿਹਨੂੰ ਕਹਿੰਦੇ ਆ? ਜਿਹੜੀ ਹੱਕ ਸੱਚ ਦੀ ਕਮਾਈ ਹੋਵੇ ਉਹਦਾ ਡਰ ਨਹੀਂ। ਭਾਵੇਂ ਬੰਦਾ ਅਰਬਾਂ ਕਰੋੜਾਂ ਤੱਕ ਪਹੁੰਚ ਸਕਦਾ, ਬੜੀ ਦੁਨੀਆ ਪਹੁੰਚੀ ਹੋਈ ਆ, ਕੋਈ ਡਰ ਨਹੀਂ। ਇੱਕ ਝੂਠ ਦਾ ਧਨ ਹੁੰਦਾ, ਛਲ ਕਪਟ ਦਾ, ਠੱਗੀਆਂ ਠੋਰੀਆਂ ਰਿਸ਼ਵਤਖੋਰੀਆਂ ਦਾ, ਉਹ ਧਨ ਵਾਲਿਆਂ ਦਾ। ਅੱਜ ਸਾਡੇ ਸਾਹਮਣੇ ਗੁਰੂ ਪਿਆਰਿਓ ਪੜ੍ਹਦੇ ਸੁਣਦੇ ਰਹਿੰਦੇ ਆ ਵੀ ਫਲਾਣੇ ਨੂੰ ਇੰਨੀਆਂ ਠੱਗੀਆਂ ਮਾਰੀਆਂ, ਆਹ ਹੋ ਗਿਆ, ਉਹਨੇ ਇੰਨੀਆਂ ਮਾਰੀਆਂ। ਭਾਵ ਕਿ ਕੀ ਹੈ? ਉਹਦਾ ਡਰ ਹੀ ਡਰ ਹੈ, ਜਿਹੜਾ ਸੱਚਾ ਧਨ ਨਹੀਂ ਹੈ। ਇਸੇ ਕਰਕੇ ਸਾਹਿਬ ਕਹਿੰਦੇ ਆ ਸੱਚ ਧਨ ਪ੍ਰਾਪਤ ਕਰ। ਸੱਚ ਧਨ ਗੁਰੂ ਦੀ ਮੱਤ ਲੈ ਕੇ ਸੱਚੇ ਧਨ ਦਾ ਪਤਾ ਲੱਗਦਾ। ਸੱਚ ਕੀ ਹੁੰਦਾ, ਧਨ ਸੱਚਾ ਕੀ ਹੁੰਦਾ? ਰਾਮ ਨਾਮ ਧਨ ਦਾ ਭਾਵ ਅਰਥ ਇਹੀ ਹੈ ਵੀ ਸੱਚ ਧਨ ਹੈ, ਜਿਹੜਾ ਸੱਚਾ ਹੱਕ ਸੱਚ ਦੀ ਕਮਾਈ ਕਿਵੇਂ ਕਰਨੀ ਹੈ, ਕਿਵੇਂ ਇਕੱਤਰਤਾ ਕਰਨੀ ਹੈ, ਇਹ ਗੁਰੂ ਦੇ ਕੋਲੋਂ ਮੱਤ ਲੈ ਕੇ ਸਮਝ ਕੇ ਸਭ ਕੁਝ ਕਰ ਸਕਦੇ ਹਾਂ। ਇਹੀ ਨਹੀਂ ਹੈ ਕੇਵਲ ਵੀ ਸਤਿਗੁਰੂ ਜੀ ਸਾਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰੀ ਜਾ, ਜਾਂ ਰਾਮ ਰਾਮ ਅੱਲਾ ਅੱਲਾ ਗੋਡ ਗੋਡ ਕਰੀ ਜਾ। ਭਾਵ ਅਰਥ ਹੈ ਬਾਣੀ ਦੇ, ਭਾਵ ਕੇ ਸਾਹਿਬਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ। ਗੁਰੂ ਨਾਨਕ ਸਾਹਿਬ ਦੀ ਆਰੰਭਤਾ ਹੈ ਪਹਿਲੇ ਗੁਰੂ ਸਾਡੇ ਸਾਹਿਬਾਨ ਨੇ, ਤੇ ਆਪਾਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਜਿੱਥੇ ਵੀ ਜਾਂਦੇ ਬਸ ਆ ਤਿੰਨ ਵਚਨ ਹੀ ਕਰਦੇ ਹਰ ਇੱਕ ਨੂੰ, ਭਾਈ ਕਿਰਤ ਕਰੋ, ਵੰਡ ਸਕੋ, ਨਾਮ ਜਪੋ। ਕਿਰਤ ਨਾਲ ਜੋੜਿਆ। ਸਤਿਗੁਰਾਂ ਤੋਂ ਪਹਿਲਾਂ ਜਿੰਨੇ ਵੀ ਆਪਣੇ ਆਪ ਨੂੰ ਰੱਬ ਦੇ ਪਿਆਰੇ ਅਖਵਾਉਣ ਵਾਲੇ, ਭਗਤ ਅਖਵਾਉਣ ਵਾਲੇ ਜਾਂ ਸਾਧੂ ਅਖਵਾਉਣ ਵਾਲੇ, ਸਾਰੇ ਗੁਰੂ ਪਿਆਰਿਓ ਇਹ ਕਿਰਤ ਨਾਲੋਂ ਨਾਤਾ ਤੋੜਦੇ ਸਨ। ਕਹਿੰਦੇ ਸੀ ਕਿਰਤੀਆਂ ਦੇ ਵਿੱਚ ਰਹਿ ਕੇ ਭਜਨ ਨਹੀਂ ਹੁੰਦਾ, ਰੱਬ ਨਹੀਂ ਪੈਂਦਾ, ਪਿਆਰੇ ਨੂੰ ਨਹੀਂ ਕਹਿੰਦੇ ਮਿਲਿਆ ਜਾਂਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਰਤ ਨਾਲ ਜੋੜਨਾ ਕੀਤਾ। ਕਹਿੰਦੇ ਕਿਰਤ ਤੋਂ ਬਿਨਾ ਪਿਆਰਾ ਜਪਿਆ ਨਹੀਂ ਜਾਂਦਾ, ਉਪਾਇਆ ਨਹੀਂ ਜਾਂਦਾ। ਕਿਰਤ ਵਿਰਤ ਨਾਲ ਜੋੜਨਾ ਕੀਤਾ ਸਾਨੂੰ। ਗੁਰੂ ਪਾਤਸ਼ਾਹ ਜੀ ਜਦੋਂ ਗਏ ਸਨ, ਇਹੋ ਜਿਹੇ ਲੋਕਾਂ ਦੇ ਕੋਲੇ ਜਿਹੜੇ ਕਿਰਤੀਆਂ ਤੋਂ ਭੱਜੇ ਹੋਏ ਸਨ, ਕਿਰਤ ਤੋਂ ਭੱਜੇ ਹੋਏ ਸਨ, ਭਾਵੇਂ ਕਿ ਉਹ ਬੜੇ ਵੱਡੇ ਵੱਡੇ ਵਿਦਵਾਨ ਸਨ, ਗੋਰਖ ਆਦਿ ਗੁਰੂ ਪਿਆਰਿਓ ਜੋਗੀ ਸੀ ਜਿਹੜੇ ਮਛੰਦਰ ਨਾਥ ਵਰਗੇ ਸਾਹਿਬਾ, ਉਹ ਬੜੇ ਵੱਡੇ ਵੱਡੇ ਪੜ੍ਹੇ ਲਿਖੇ ਵਿਦਵਾਨ ਸੀ। ਗੋਰਖ ਦਾ ਗੁਰੂ ਪਿਆਰਿਓ ਗ੍ਰੰਥ ਹੈ, ਉਹਦੇ ਗ੍ਰੰਥ ਵਿੱਚ ਆ ਸਰੀਰ ਬਾਰੇ ਸਾਰਾ ਕੁਝ ਲਿਖਿਆ ਹੋਇਆ, ਅੰਦਰੂਨੀ ਸਾਰਾ ਕੁਝ। ਅੰਦਰੂਨੀ ਤੌਰ ਤੇ ਛੇਤੀ ਉੱਦਾਂ ਨਹੀਂ ਪਤਾ ਲੱਗਦਾ। ਜੇ ਪੜ੍ਹਿਆ ਲਿਖਿਆ ਹੋਵੇਗਾ ਗਿਆਨਵਾਨ, ਤਦ ਹੀ ਉਹ ਪੜ੍ਹ ਸਕਦਾ, ਤਦ ਹੀ ਵੇਖ ਸਕਦਾ, ਤਦ ਹੀ ਲਿਖ ਸਕਦਾ।
ਭਾਵ ਕਿ ਉਹ ਗੋਰਖਨਾਥ ਵਰਗੇ ਬੜੇ ਵੱਡੇ ਵੱਡੇ ਉੱਚ ਕੋਟੀ ਦੇ ਵਿਦਵਾਨ ਸਨ, ਜਿਹੜੇ ਸਵਾਸਾਂ ਨੂੰ ਚਾੜ ਵੀ ਲੈਂਦੇ ਸੀ, ਉਤਾਰ ਵੀ ਲੈਂਦੇ ਸੀ। ਅੰਦਰੂਨੀ ਤੌਰ ਤੇ ਨਾੜੀਆਂ ਦੀ ਸਾਫ਼ ਸਫਾਈ ਸਾਰਾ ਕੁਝ ਉਹਨਾਂ ਨੇ ਦੱਸਣਾ ਕੀਤਾ ਵੀ ਅੰਦਰ ਇੰਨੀਆਂ ਨਾੜੀਆਂ ਆ ਕੁਝ ਹੈ। ਭਾਵ ਕਿ ਜੇ ਪੜ੍ਹੇ ਲਿਖੇ ਸੀ ਤਦੇ ਹੀ, ਪਰ ਭਰਮ ਉਹਨਾਂ ਨੂੰ ਇਹ ਸੀ ਵੀ ਰੱਬ ਨੂੰ ਪਾਉਣਾ ਜੇਕਨਾ ਆ ਕਿਰਤੀਆਂ ਵਿੱਚੋਂ ਨਹੀਂ ਪੈਣਾ। ਵਿਦਵਤਾ ਬਹੁਤ ਸੀ, ਅੱਜ ਵੀ ਬਹੁਤ ਹੈ ਵਿਦਵਤਾ ਤਾਂ ਅੱਜ ਵੀ, ਭਾਵ ਕਿ ਬਿਰਲਾ ਨੂੰ ਛੱਡ ਕੇ ਵਾਰਤਾਵਾਂ ਇਹੀ ਨੇ ਸਾਡੀਆਂ ਵੀ ਨਾ ਜੀ ਕੰਮ ਧੰਦਿਆਂ ਵਿੱਚੋਂ ਕਿੱਥੇ ਰੱਬ ਨੂੰ ਪਾਇਆ ਜਾ ਸਕਦਾ, ਕਿੱਥੇ। ਪਰ ਸਾਡੀਆਂ ਵੀ ਇਹੀ ਗੱਲਾਂ ਨੇ ਗੁਰੂ ਪਿਆਰਿਓ। ਅਸੀਂ ਵੀ ਕਹਿੰਦੇ ਹਾਂ ਨਾ ਜੀ, ਅਸੀਂ ਤਾਂ ਕੰਮ ਕਾਜ ਕਰਨ ਵਾਲਿਆਂ, ਸਾਡੇ ਕੋਲੇ ਕਿੱਥੇ ਟਾਈਮ ਰੱਬ ਨੂੰ ਜਪਣ ਦਾ, ਸਾਡੇ ਕੋਲੇ ਕਿੱਥੇ ਟਾਈਮ ਸੰਗਤ ਕਰਨ ਦਾ, ਬਾਣੀ ਪੜ੍ਹਨ ਦਾ, ਸਮਝਣ ਦਾ। ਸੁਰੋ ਵਿਚਾਰ ਸਾਹਿਬਾਂ ਨੇ ਬੜਾ ਸੌਖਾ ਢੰਗ ਤਰੀਕਾ ਦਿੱਤਾ ਸੀ ਸਾਨੂੰ, ਪਰ ਅਫਸੋਸ ਹੈ ਵੀ ਸੀ ਉਹ ਸੌਖਾ ਢੰਗ ਤਰੀਕਾ ਅੱਜ ਕਮਾ ਨਹੀਂ ਸਕੇ। ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਬੜਾ ਸੁਖੈਨ ਢੰਗ ਦਿੱਤਾ ਵੀ ਲੈ ਭਾਈ, ਆਹ ਸੰਸਾਰ ਵਿੱਚ ਰਹਿੰਦਿਆਂ ਵੀ ਪਾਰ ਉਤਾਰਾ ਕਰ ਸਕਦੇ ਹਾਂ ਆਪਾਂ। ਬੜੀ ਵਾਰੀ ਆਪਾਂ ਵਚਨ ਪੜ੍ਹਦੇ ਹਾਂ ਵੀ ਜਦੋਂ ਉਹਨਾਂ ਜੋਗੀਆਂ ਨੇ ਗੁਰੂ ਬਾਬਾ ਜੀ ਨੂੰ ਕਹਿ ਦਿੱਤਾ ਸੀ ਵੀ ਆਹ ਜਿਹੜਾ ਤੁਸੀਂ ਪੰਥ ਚਲਾਇਆ ਵੀ ਕਿਹੜੇ ਤਰੀਕੇ ਨਾਲ ਚਲਾਈ ਫਿਰਦੇ ਹੋ ਤੁਸੀਂ, ਇਹਨਾਂ ਦਾ ਉਧਾਰ ਕਿਵੇਂ ਹੋਵੇਗਾ, ਸੰਸਾਰ ਦੇ ਵਿੱਚੋਂ ਕਿਵੇਂ ਪਾਰ ਉਤਾਰਾ ਹੋਏਗਾ। ਤੇ ਮਾਲਿਕ ਨੇ ਆਖਣਾ ਕੀਤਾ ਸੀ, ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੇ। ਵੀ ਸੁਰਤੀ ਵਿੱਚ ਗੁਰੂ ਕਾ ਸ਼ਬਦ ਹੋਵੇ, ਗਿਆਨ ਹੋਵੇ ਤੇ ਆ ਸੰਸਾਰ ਵਿੱਚੋਂ ਸਹਿਜੇ ਤਰ ਸਕਦੇ ਹਾਂ, ਤਰਿਆ ਜਾ ਸਕਦਾ ਹੈ। ਇਸੇ ਕਰਕੇ ਸੁਰੋ ਵਿਚਾਰ ਆਓ ਆਪਾਂ ਹੁਣ ਵਿਸਥਾਰ ਵਿੱਚ ਨਾ ਜਾਈਏ। ਤੇ ਸਾਹਿਬਾਂ ਨੇ ਇਹ ਸਾਨੂੰ ਸਮਝਾਉਣਾ ਕੀਤਾ ਹੈ ਵੀ ਇਹ ਭਾਈ ਰਾਮ ਨਾਮ ਜਿਹੜਾ ਇਹਦਾ ਜਾਪ ਕਰ, ਇਹ ਸਦਾ ਹੀ ਸੰਗੀ ਤੇ ਸਾਥੀ ਹੈ, ਨਾਲ ਨਿਭਣ ਵਾਲਾ। ਗੁਰੂ ਦੇ ਕੋਲੋਂ ਮੱਤ ਲੈ ਕੇ ਸੱਚਾ ਧਨ ਕਮਾ ਲਾ। ਸੱਚ ਧਨ ਦਾ ਸਾਹਿਬ ਜੀ ਕਹਿੰਦੇ ਭੰਡਾਰਾ ਭਰ ਲੈ ਤੇ ਰਹਿਮਤਾਂ ਹੋਣਗੀਆਂ। ਸੋ ਸਤਿਗੁਰੂ ਜੀ ਰਹਿਮਤ ਕਰਦੇ ਆ, ਅੱਗੇ ਜਾ ਕੇ ਸਮਝਾਉਂਦੇ ਆ ਸਾਨੂੰ, ਊਣੇ ਕਾਜ ਨਾ ਹੋਵਤ ਪੂਰੇ, ਕਾਮ ਕ੍ਰੋਧ ਮਦ ਸਦ ਹੀ ਝੂਰੇ, ਕਰੈ ਵਿਕਾਰ ਜਿਅਰੇ ਕੇ ਤਾਈ, ਗਾਫਲ ਸੰਗ ਨਾ ਤਸੁਆ ਜਾਈ। ਸਭ ਕਹਿੰਦੇ ਆ ਊਣੇ ਕਾਜ ਨਾ ਹੋਵਤ ਪੂਰੇ। ਊਣੇ ਦਾ ਭਾਵ ਕੀ ਹੁੰਦਾ, ਜਿਹੜਾ ਘਾਟ ਵਿੱਚ ਹੋਵੇ, ਘੱਟ ਹੋਵੇ। ਤੇ ਸਾਹਿਬ ਕਹਿੰਦੇ ਜਿਹੜੇ ਤੇਰੇ ਕਾਰਜਾਂ ਵਿੱਚ ਘਾਟ ਆਈ ਹੋਈ ਹੈ ਭਾਈ, ਤੂੰ ਜ਼ੋਰ ਲਾ ਲੈ। ਸਾਹਿਬ ਕਹਿੰਦੇ ਇਹ ਕਿਤੇ ਤੇਰੇ ਪੂਰੇ ਨਹੀਂ ਹੋਣੇ। ਜਿਨ੍ਹਾਂ ਵਿੱਚ ਊਣਤਾ ਹੋਵੇ, ਊਣੇ ਕਾਜ ਭਾਵ ਕਿ ਜਿਹੜੇ ਕੰਮ ਦੇ ਵਿੱਚ ਸਾਡੀ ਕੋਈ ਘਾਟ ਹੋਵੇ, ਸਾਡੇ ਵੱਲੋਂ ਇਉਂ ਕਹਿ ਲਈਏ ਕੋਈ ਕੰਮ ਕਰਦੇ ਹਾਂ ਅਸੀਂ ਮਨ ਕਰਕੇ ਨਹੀਂ ਕਰ ਰਹੇ, ਸਾਡੇ 'ਚ ਘਾਟ ਹੈ। ਊਣੇ ਕਾਜ ਦਾ ਭਾਵ ਅਰਥ ਇਹ ਹੈ ਵੀ ਸਾਡੇ 'ਚ ਘਾਟ ਹੈ, ਸਾਡਾ ਮਨ ਨਹੀਂ ਲੱਗਿਆ, ਤਨ ਕਰਕੇ ਕੁਝ ਵੀ ਕਰੀ ਜਾਂਦੇ ਆ ਤੇ ਉੱਥੇ ਸਫਲਤਾ ਨਹੀਂ ਮਿਲੇਗੀ, ਉੱਥੋਂ ਮਨ ਨੂੰ ਖੁਸ਼ੀਆਂ ਨਹੀਂ ਮਿਲਣਗੀਆਂ, ਆਨੰਦ ਨਾ ਕਰਨ ਵਾਲੇ ਨੂੰ ਨਾ ਕਰਵਾਉਣ ਵਾਲੇ ਨੂੰ ਆਏਗਾ। ਇਸੇ ਕਰਕੇ ਸਾਹਿਬ ਕਹਿੰਦੇ ਆ ਊਣੇ ਕਾਜ ਨੇ ਜਿਹੜੇ ਭਾਈ ਇਹ ਪੂਰੇ ਨਹੀਂ ਹੋਣੇ। ਊਣੇ ਕਾਜ ਨਾ ਹੋਵਤ ਪੂਰੇ। ਸਾਹਿਬ ਕਹਿੰਦੇ ਕਾਮ ਕ੍ਰੋਧ ਮਦ ਸਦ ਹੀ ਝੂਰੇ। ਕਹਿੰਦੇ ਕਾਮ ਤੇ ਕ੍ਰੋਧ ਵਿੱਚ ਐ ਬੰਦਿਆ, ਕਾਮ ਕ੍ਰੋਧ ਦੇ ਨਸ਼ੇ ਵਿੱਚ ਮਦ ਕਿਹਨੂੰ ਕਹਿੰਦੇ ਆ, ਨਸ਼ੇ ਨੂੰ। ਮਦ ਵੈਸੇ ਸ਼ਰਾਬ ਨੂੰ ਕਿਹਾ ਜਾਂਦਾ ਹੈ। ਵੀ ਕਾਮ ਕ੍ਰੋਧ ਦੇ ਵਿੱਚ ਭਾਈ ਇਹਦੇ ਨਸ਼ੇ ਦੇ ਵਿੱਚ ਹੀ ਸਦ ਝੂਰਦਾ ਰਹਿੰਦਾ ਬੰਦਾ, ਝੁਰਦਾ ਹੈ, ਕੰਮ ਪੂਰਾ ਨਹੀਂ ਹੁੰਦਾ, ਕ੍ਰੋਧ ਆਉਂਦਾ ਫਿਰ ਅੰਦਰ ਇਹਦੇ। ਗੁਰੂ ਪਿਆਰਿਓ ਇਹਦੇ ਅੰਦਰ ਵਾਸਨਾਵਾਂ ਉੱਠਦੀਆਂ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਸਦਾ ਹੀ ਝੁਰਦਾ ਰਹਿੰਦਾ। ਹੁਣ ਝੂਰੇ ਦਾ ਭਾਵ ਤਾਂ ਆਪਾਂ ਸਾਰੀ ਜਾਣਦੇ ਹਾਂ। ਆਪਾਂ ਕਹਿੰਦੇ ਵੀ ਕੀ ਹੋ ਗਿਆ ਭਾਈ, ਉਦਾਂ ਹੀ ਝੁਰਦਾ ਰਹਿਣਾ, ਸਰੀਰ ਘਟਣ ਲੱਗ ਜਾਂਦਾ ਜਿਹੜਾ ਝੁਰਦਾ ਹੈ। ਤੇ ਮਾਲਕ ਕੀ ਕਹਿੰਦੇ ਆ ਵੀ ਇਹ ਕਾਮ ਕ੍ਰੋਧ ਹੈ ਜਿਹੜਾ ਇਹ ਸਾਨੂੰ ਟਿਕਣ ਦਿੰਦਾ, ਬੰਦਾ ਫਿਰ ਝੁਰਦਾ ਰਹਿੰਦਾ। ਸਤਿਗੁਰੂ ਨੇ ਕਾਮ ਕ੍ਰੋਧ ਵਿਸ਼ੇ ਬਾਰੇ ਆਖਣਾ ਕੀਤਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਉ ਕੰਚਨ ਸੁਹਾਗਾ ਢਾਲਾ ਹੈ। ਕਹਿੰਦੇ ਇਹ ਕਾਮ ਕ੍ਰੋਧ ਹੈ ਭਾਈ ਜਿਹੜਾ ਇਹ ਬੜੇ ਪਰਬਲ ਵਿਸ਼ੇ ਹੈ, ਇਹ ਕਾਇਆ ਨੂੰ ਗਾਲ ਕੇ ਰੱਖ ਦਿੰਦੇ ਆ, ਬੇਕਾਰੀ ਬਣਾ ਦਿੰਦੇ ਆ। ਆਹ ਸਰੀਰ ਨੂੰ ਸਾਡੇ ਨੂੰ ਇਹ ਬੇਕਾਰ, ਇਹ ਖੜੇ ਉਦੋਂ ਹੁੰਦੇ ਆ ਜਦੋਂ ਮਨ ਸਾਡਾ ਭਾਈ ਸਾਰੇ ਪਾਸਿਆਂ ਤੋਂ ਵਿਹਲਾ ਹੁੰਦਾ ਹੈ, ਜਦੋਂ ਮਨ ਸਾਡਾ ਅਕੇਲਾ ਬਣ ਜਾਣੇ ਵੀ ਮੈਂ ਹੁਣ ਇਕੱਲਾ ਹੀ ਹਾਂ, ਕੋਈ ਵੇਖਦਾ ਨਹੀਂ, ਕੋਈ ਸੁਣਦਾ ਨਹੀਂ, ਕੁਝ ਵੀ ਕਰੀ ਜਾਈਏ।
ਇਸੇ ਕਰਕੇ ਸਾਹਿਬ ਨੇ ਸਾਨੂੰ ਆਖਣਾ ਕੀਤਾ, ਜਦੋਂ ਵਿਹਲਾ ਮਨ ਹੈ ਭਾਈ ਇਹਨੂੰ ਗੁਰੂ ਸਾਹਿਬ ਦੇ ਨਾਲ ਜੋੜ ਲਈਏ, ਇਹਨੂੰ ਬਾਣੀ ਪੜ੍ਹਨ ਵਿੱਚ ਲਾਈਏ, ਬਾਣੀ ਨੂੰ ਸਮਝਣ ਵਿੱਚ ਲਾਈਏ। ਜਦੋਂ ਵਿਹਲਾ ਹੈ, ਜਦੋਂ ਮਨ ਵਿਹਲਾ ਤੇ ਬਰਿਆਈਆਂ ਸੋਚਦਾ ਹੈ, ਆਮ ਆਪਾਂ ਸਾਰੇ ਵੇਖਦੇ ਹੀ ਹਾਂ ਤੇ ਕਹਾਵਤ ਵੀ ਬਣੀ ਹੋਈ, ਵਿਹਲਾ ਮਨ ਸ਼ੈਤਾਨ ਦਾ ਘਰ। ਕਹਿੰਦੇ ਵੀ ਆ ਸਾਰੇ ਤੇ ਸੁਣਦੇ ਵੀ ਆ, ਫਿਰ ਸ਼ੈਤਾਨ ਕਿਉਂ ਬਣਾਉਂਦੇ ਆਪਾਂ? ਵੀ ਜਦੋਂ ਵਿਹਲ ਹੈ ਸਾਡੇ ਕੋਲੇ ਗੁਰੂ ਪਿਆਰਿਓ, ਵੀ ਅਸੀਂ ਸਮਾਂ ਕੱਢੀਏ ਬਾਣੀ ਪੜ੍ਹਨ ਦੇ ਲਈ, ਬਾਣੀ ਸੁਣਨ ਲਈ। ਅੱਜ ਬਹੁਤਾਤ ਗਿਣਤੀ ਹੈ ਵਿਹਲੇ ਪੜ੍ਹਨ ਦੀ, ਪਰ ਬਾਣੀ ਸੁਣਨ ਨੂੰ ਸਾਡੇ ਕੋਲੇ ਸਮਾਂ ਨਹੀਂ ਹੈ, ਗੁਰੂ ਕੀ ਹਜ਼ੂਰੀ ਵਿੱਚ ਬੈਠਣ ਨੂੰ ਸਮਾਂ ਨਹੀਂ। ਉੱਦਾਂ ਭਾਵੇਂ ਅਸੀਂ ਜਾ ਕੇ ਕਿਤੇ ਚੁਗਲੀ ਨਿੰਦਿਆ ਵਿੱਚ ਬੈਠ ਜਾਈਏ, ਬੜਾ ਸਮਾਂ ਕੱਢ ਦਿੰਦੇ ਹਾਂ। ਬੜਿਆਂ ਨੂੰ ਵੇਖਿਆ ਜਾਂਦਾ ਗੁਰੂ ਪਿਆਰਿਓ, ਵੀ ਆਮ ਦੁਨਿਆਵੀ ਗੱਲਾਂ ਕਿਸੇ ਦੀ ਨਿੰਦਿਆ ਚਲਾ ਲਈਏ, ਸਮਾਂ ਨਹੀਂ ਫਿਰ ਵੇਖਦੇ, ਪ੍ਰੇਮ ਨਹੀਂ ਦੇਖਦੇ ਵੀ ਜਾ ਕੇ ਅਸੀਂ ਕੋਈ ਕੰਮ ਕਰਨਾ, ਜਾਂ ਕਿਸੇ ਨੂੰ ਮਿਲਣਾ, ਕਿੱਥੇ ਪਹੁੰਚਣਾ। ਪਰ ਨਾ ਗੁਰੂ ਪਿਆਰਿਓ, ਵੀ ਜਦੋਂ ਬਾਣੀ ਸੁਣਨੀ ਇੱਧਰ ਫਿਰ ਸਾਡਾ ਖਿਆਲ ਹੁੰਦਾ ਵੀ ਉਹ ਕੰਮ ਕਰਨਾ, ਜਾ ਕੇ ਉੱਥੇ ਆਹ ਕਰਨਾ, ਉਹਨੂੰ ਮਿਲਣਾ, ਆਹ ਕਰਨਾ, ਫਿਰ ਸਾਡਾ ਮਨ ਵੇਖਦਾ ਉੱਧਰ ਨੂੰ। ਪਰ ਜਦੋਂ ਨਿੰਦਿਆ ਚੁਗਲੀ ਵਿੱਚ ਪੈ ਗਏ, ਫਿਰ ਟਾਈਮ ਦੀ ਕੋਈ ਪਰਵਾਹ ਨਹੀਂ ਸਾਨੂੰ। ਮਾਫ ਕਰੋ, ਸਤਿਗੁਰੂ ਕਿਰਪਾ ਕਰਨ, ਸਾਨੂੰ ਸਮਝ ਆ ਜੇ ਭਾਈ, ਅਸੀਂ ਬਾਣੀ ਪੜ੍ਹਨ ਲਈ ਵੇਖਣਾ ਕਰੀਏ ਵੀ ਸਮਾਂ ਭਾਈ ਇਹ ਜੇ ਬਾਣੀ ਦੇ ਵਿੱਚ ਲਾਵਾਂਗੇ ਭਲਾ ਹੋਏਗਾ, ਤੇ ਨਹੀਂ ਤਾਂ ਵਿਹਲਾ ਮਨ ਸ਼ੈਤਾਨੀਆਂ ਵਿੱਚ ਪਿਆ ਹੋਇਆ, ਤੇ ਸ਼ੈਤਾਨੀਆਂ ਵਿੱਚ ਜਾ ਕੇ ਫਿਰ ਵਿਸ਼ੇ ਵਿਕਾਰ ਅੰਦਰ ਆ ਵੜਦੇ ਆ, ਤੇ ਫਿਰ ਆ ਸਰੀਰ ਦੀ ਬਰਬਾਦੀ ਸ਼ੁਰੂ ਹੋ ਜਾਂਦੀ ਆ। ਫਿਰ ਪਤਾ ਹੀ ਨਹੀਂ ਲੱਗਦਾ, ਬੜੀ ਦੁਨੀਆ ਕਹਿੰਦੀ ਆ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਆ ਬਹਿਬਤਾਂ ਲੱਗ ਗਈਆਂ ਨੇ। ਉੱਦਾਂ ਹੀ ਅਸੀਂ ਸ਼ੁਗਲ ਵਿੱਚ ਹੀ ਆ ਕੁਝ ਕਰ ਬੈਠੇ ਹਾਂ, ਸਰੀਰ ਦੀਆਂ ਬਰਬਾਦੀਆਂ। ਪਤਾ ਉਦੋਂ ਲੱਗਦਾ ਜਦੋਂ ਇਹ ਕਹਿ ਲਈਏ ਵੀ ਸਿਰ ਤੋਂ ਪਾਣੀ ਲੰਘ ਜਾਂਦਾ। ਸਵਾਸ ਕਹਿੰਦੇ ਆਮ ਇਹ ਕਹਾਵਤ ਬਣੀ ਆ ਵੀ ਸਿਰ ਤੋਂ ਪਾਣੀ ਲੰਘ ਗਿਆ ਫਿਰ ਹੱਥ ਮਾਰਦਾ ਬੰਦਾ। ਉਹਦਾ ਭਾਵ ਕੀ ਹੈ? ਜਦੋਂ ਪਾਣੀ ਵਿੱਚ ਬੰਦਾ ਡੁੱਬ ਜਾਂਦਾ, ਸਵਾਸ ਨਹੀਂ ਆਉਂਦੇ ਕਿ ਨਾ, ਪਤਾ ਫੇਰ ਲੱਗਦਾ ਵੀ ਮੈਂ ਤਾਂ ਡੁੱਬ ਚੱਲਿਆ। ਇਉਂ ਹੀ ਜਦੋਂ ਭਾਈ ਨਸ਼ੇ ਵਿਸ਼ਿਆਂ ਵਿੱਚ ਪੂਰਾ ਬੰਦਾ ਗੁਲਤਾਨ ਹੋ ਜਾਂਦਾ, ਫਿਰ ਪਤਾ ਲੱਗ ਗਿਆ ਵੀ ਹੁਣ ਤਾਂ ਮੈਂ ਡੁੱਬ ਗਿਆ ਹਾਂ। ਉਹਦਾ ਪਹਿਲਾਂ ਕੁਝ ਨਹੀਂ ਸਾਨੂੰ ਸਮਝ ਆਉਂਦੀ, ਬਾਣੀ ਵਾਰ-ਵਾਰ ਸਾਨੂੰ ਸਮਝਾਉਂਦੀ ਆ, ਪਰ ਇੱਧਰ ਅਸੀਂ ਕੰਨ ਨਹੀਂ ਦਿੰਦੇ, ਇੱਧਰ ਅਸੀਂ ਧਿਆਨ ਨਹੀਂ ਦਿੰਦੇ। ਤੇ ਜਦੋਂ ਫਿਰ ਡੁੱਬਦੇ ਆ ਵਿਸ਼ੇ ਵੱਲ ਇੱਧਰ ਗਲਤਾਨ ਹੋਈਦਾ, ਤੇ ਫਿਰ ਜਾ ਕੇ ਪਤਾ ਲੱਗਦਾ, ਫਿਰ ਹੱਥ ਪੈਰ ਮਾਰਦਾ ਬੰਦਾ, ਯਤਨ ਕਰਦਾ ਹੈ। ਫਿਰ ਬਾਬਾ ਜੀ ਕੀ ਕਹਿੰਦੇ ਆ ਬਾਣੀ ਵਿੱਚ, ਕਰਨਾ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਬਤ ਅੰਧ। ਸਾਹਿਬ ਕਹਿੰਦਾ ਵੀ ਅੰਧਿਆ ਮਨਾ, ਹੁਣ ਤਾਂ ਸਮਾਂ ਲੰਘ ਗਿਆ ਭਾਈ। ਜਦੋਂ ਸਮਾਂ ਸੀ ਤੇਰੇ ਕੋਲੇ ਜੋ ਕੁਝ ਤੂੰ ਕਰਨਾ ਸੀ ਕੀਤਾ ਹੀ ਨਹੀਂ। ਬੜਾ ਆਖਣਾ ਕੀਤਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੇ। ਬੜੀ ਵਾਰ ਸੁਣਿਆ ਵੀ ਆਬੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬੜੀਆਂ ਆਵਾਜ਼ਾਂ ਮਾਰੀਆਂ ਪਰ ਕਦੇ ਨਾ ਆਇਆ। ਬੜੀ ਵਾਰ ਆਖਣਾ ਕੀਤਾ ਗਾਲਾ ਬਾਣੀ ਨੂੰ, ਪਰ ਕਦੇ ਨਾ ਗਾਇਆ। ਤੇ ਫਿਰ ਜਦੋਂ ਸਮਾਂ ਲੱਗ ਗਿਆ ਹੈ, ਸਮਾਂ ਪੂਰਾ ਹੋ ਗਿਆ, ਪੂਰਾ ਗਲਤਾਨ ਹੋ ਗਿਆ, ਪਾਣੀ ਸਿਰ ਤੋਂ ਲੰਘ ਗਿਆ, ਤੇ ਫਿਰ ਕਹਿੰਦਾ ਹੈ, ਫਿਰ ਯਤਨ ਕਰਦਾ, ਫਿਰ ਯਤਨ ਸਫਲਤਾ ਨਹੀਂ ਮਿਲਦੀ। ਫਿਰ ਕਾਰਜ ਜਿਹੜਾ ਘੱਟ ਰਹਿ ਗਿਆ ਕਿ ਨਾ, ਸਮਾਂ ਲੰਘ ਗਿਆ, ਸਮੇਂ ਨਾਲ ਨਾ ਕੀਤਾ। ਫਿਰ ਸਾਹਿਬ ਕਹਿੰਦੇ ਊਣੇ ਕਾਜ ਨਾ ਹੋਵਤ ਪੂਰੇ, ਫਿਰ ਉਹ ਘਾਟਾ ਪਿਆ ਹੋਇਆ ਪੂਰਾ ਨਹੀਂ ਹੁੰਦਾ। ਬਾਲਪਨ ਵਾਲਾ ਕੰਮ ਕੋਈ ਜਵਾਨੀ ਵਿੱਚ ਕਰੇ, ਬਾਲਪਨ ਵਾਲਾ, ਤੇ ਅਗਲਾ ਕੀ ਕਹਿੰਦਾ ਵੀ ਜਦੋਂ ਕਰਨਾ ਸੀ ਬਾਲਪਨ ਲੰਘ ਗਿਆ, ਹੁਣ ਜਵਾਨ ਕਰਦਾ ਫਿਰਦਾ। ਇਹਨੂੰ ਦੇਖੋ ਭਾਈ, ਇਹਨੂੰ ਸੋਝਿਓ ਹੀ ਨਹੀਂ, ਆ ਜਵਾਕਾਂ ਵਾਲੇ ਕੰਮ ਕਰਦਾ ਫਿਰਦਾ। ਆਮ ਕਹਿੰਦੇ ਆਪਾਂ ਵੇਖ ਕੇ, ਜੇ ਕੋਈ ਜਵਾਨੀ ਵਿੱਚ ਕਰਮ ਨਾ ਕੀਤੇ, ਚੰਗੇ ਵਡੇਪੇ ਵਿੱਚ ਜਾ ਕੇ ਜਵਾਨੀ ਵਾਲਾ ਕੋਈ ਕੰਮ ਕਰਦਾ, ਫੇਰ ਵੀ ਆਹੀ ਕੁਛ ਕਹਿੰਦੇ ਆਪਾਂ ਵੀ ਬੁੱਢਾ ਹੋ ਗਿਆ, ਅਜੇ ਵੀ ਇਹਨੂੰ ਸਮਝ ਨਹੀਂ ਆਈ, ਅਜੇ ਵੀ ਨੌਜਵਾਨਾਂ ਵਾਲੀਆਂ ਗੱਲਾਂ ਕਰਦਾ। ਇੱਦਾਂ ਕਿਹਾ ਜਾਂਦਾ। ਤੇ ਉਹੀ ਸਾਹਿਬ ਸਾਨੂੰ ਕਹਿੰਦੇ ਆ ਵੀ ਸਮੇਂ ਨਾਲ ਕੰਮ ਨਾ ਕੀਤਾ ਭਾਈ, ਜੇ ਸਮਾਂ ਲੰਘ ਗਿਆ ਫਿਰ ਸਾਹਿਬਾ ਇਹੀ ਕਹਿੰਦੇ ਆ ਵੀ ਫਿਰ ਤਾਂ ਭਾਈ ਰੋਣਾ ਧੋਣਾ ਹੀ ਹੈ, ਫਿਰ ਗੱਲ ਨਹੀਂ ਬਣਦੀ। ਇਸੇ ਕਰਕੇ ਸਾਹਿਬ ਨੇ ਆਖਣਾ ਕੀਤਾ ਵੀ ਸਮੇਂ ਨਾਲ ਕਰਮ ਕਰ ਭਾਈ, ਸਮੇਂ ਨਾਲ ਇਸ ਬਾਣੀ ਨਾਲ ਜੁੜਨਾ ਕਰ। ਸਮੇਂ ਨਾਲ ਸਾਹਿਬ ਕਹਿੰਦੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਕਹਿੰਦੇ ਭਾਈ ਇਹ ਸੱਚ ਕੀ ਬਾਣੀ ਗੁਰੂ ਸਾਹਿਬ ਕਹਿ ਰਹੇ ਨੇ ਵੀ ਸੱਚ ਸੁਣਾਏ ਸੀ। ਇਹਨੂੰ ਭਾਵੇਂ ਇੱਧਰ ਆਪਾਂ ਲਾ ਲਈਏ ਵੀ ਸੱਚ ਜੇ ਸੁਣਨਾ ਆ ਮਨ ਨੂੰ ਸੁਣਾਉਣਾ ਕਿ ਨਾ ਸਰੀਰ ਨੂੰ ਸੁਣਾਉਣਾ, ਤਾਂ ਸਮੇਂ ਨਾਲ ਇਹ ਸੱਚੀ ਬਾਣੀ ਸੁਣਾ ਲਈਏ। ਸੱਚ ਬਾਣੀ ਸੱਚ ਹੈ, ਸਮੇਂ ਨਾਲ ਬਾਣੀ ਨਾਲ ਜੁੜ ਜਾਈਏ ਤਾਂ ਭਲਾ ਹੋਵੇਗਾ।
नहीं तो फिर गुरु प्यारे जो साहिबा ने आखना किया कि ना भी समा रमता हो गया जदों फिर नहीं गल बनती। इसे करके साहिबा आखना किया काम क्रोध मद सद ही झूरे। कहने फिर काम क्रोध दे विच पै के इन्हां नशਿਆਂ ਵਿੱਚ गलतान होके तो साहब कहने सदा झोरा ही लगदा, अंदर चिंता ही खड़ियां होंदियां ने, फिर अंदर आनंद नहीं बनता। इसे करके साहब कहने करें विकार, बेकार करदा ਉਹ कार काम नूं कहने आ। मूरे बब्बा लाता, बब्बा सिहारी बेकार। साहब कहने ਉਹ ਕੰਮ करदा जिन्हां दा कोई अर्थ ही नहीं है, ਜਿਹੜੇ ਕਿਸੇ ਕੰਮ ਆਉਣ ਵਾਲੇ ਹੀ ਨਹੀਂ ਹਨ। ਇਹ ਬੰਦਿਆ, ਇਹ ਪਿਆਰਿਆ, ਤੂੰ ਉਹ ਕੰਮ ਕਰਦਾ ਹੈ। ਸਾਹਿਬ ਕਹਿੰਦੇ ਕਰੇ ਬੇਕਾਰ। ਕਾਹਦੀ ਖਾਤਰ ਕਰਦਾ? ਜੀ ਆ ਰਹਿ ਕਹਿ ਤਾਈ ਆ ਜਿੰਦ ਲਈ ਕਰਦਾ ਹੈ। ਭਾਵ ਕਿ ਜਿਹੜਾ ਲੇਖਾ ਜਿੰਦ ਨੇ ਆ ਇਹ ਬੇਕਾਰੀ ਕਰਮ ਕਰਦਾ ਫਿਰਦਾ ਸਰੀਰ ਕਰਕੇ। ਸਾਹਿਬ ਕਹਿੰਦੇ ਆ ਜਿੰਦ ਲਈ ਤੂੰ ਆ ਸਭ ਕੁਛ ਕਰਦਾ। ਆਮ ਕਹਿੰਦੇ ਆਪਾਂ ਵੀ ਜਾਨ ਲਈ ਕਿਉਂ ਭਾਈ ਤੂੰ ਆ ਰੱਸੇ ਵੱਟਣ ਲੱਗਿਆ ਹੋਇਆ। ਜਾਨ ਲਈ, ਜਾਨ ਕਿਹਨੂੰ ਕਹਿੰਦੇ? ਜਿੰਦ ਨੂੰ। ਤੇ ਮਾਲਕ ਕਹਿੰਦੇ ਐ ਭਲਿਆ ਤੂੰ ਜਿਹੜੇ ਮਾੜੇ ਕਰਮ ਕਰਦਾ ਇਹ ਜਿੰਦ ਲਈ ਕਰ ਰਿਹਾ, ਤੇਰੀ ਜਿੰਦ ਨੂੰ ਔਖਾ ਹੋਣਾ ਪਊ। ਵੇਖੀ ਕਿਤੇ, ਕਿਉਂਕਿ ਸਾਹਿਬ ਕਹਿੰਦੇ ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੁੜਕਾਏ। ਜਿੰਦ, ਜਿੰਦ ਨੂੰ ਕਿਹਾ ਜਿੰਦ ਬਹੁਤੀ ਮਰਨ ਵਾਰ ਲੈ ਜਾਸ਼ੀ ਪ੍ਰਣਾਏ। ਇਹ ਜਿੰਦ ਨਾਲ ਹੀ ਹੈ ਸਭ ਕੁਛ। ਇਸੇ ਕਰਕੇ ਸਾਹਿਬ ਕਹਿੰਦੇ ਜੇ ਜਿੰਦ ਨੂੰ ਸੌਖੀ ਕਰਨਾ ਕਿ ਨਾ ਤਾਂ ਮਾਲ ਕਹਿੰਦੇ ਆ ਹਰ ਚਾਰਨ ਕਮਲ ਸਰਣਾਈ ਮਨਾ। ਰਾਮ ਨਾਮ ਜਪ ਸੰਗ ਸਹਾਈ, ਗੁਰਮੁਖ ਪਾਵੈ ਸਾਚ ਧਨਾ। ਇਹ ਰਹਾਉ ਵਾਲਾ ਬੰਦ ਹੈ। ਸਾਰਾ ਸ਼ਬਦ ਹੁੰਦਾ ਜਿਹੜਾ ਰਹਾਉ ਵਾਲੇ ਬੰਦ ਦੇ ਉਧਾਰ ਤੇ ਚੱਲਦਾ ਹੁੰਦਾ। ਪ੍ਰਕਰਨ ਭਾਵ ਕਿ ਰਹਾਉ ਵਾਲਾ ਬੰਦ ਹੈ। ਇਹਨੂੰ ਕੇਂਦਰੀ ਭਾਵ ਵੀ ਕਿਹਾ ਜਾਂਦਾ, ਧੁਰਾ ਵੀ ਕਿਹਾ ਜਾਂਦਾ। ਤੇ ਮਾਲਕ ਕਹਿੰਦਾ ਜੇ ਜਿੰਦ ਨੂੰ ਸੌਖਾ ਕਰਨਾ ਨਾ ਤਾਂ ਮਾਲਕ ਦੇ ਚਰਨਾਂ ਕਮਲਾਂ ਨਾਲ ਜੁੜ ਜਾ। ਵਾਹਿਗੁਰੂ ਦੀ ਸ਼ਰਨ ਵਿੱਚ ਰਹਿ, ਰਾਮ ਨਾਮ ਨੂੰ ਜਪਣਾ ਕਰ, ਸਮਝਣਾ ਕਰ, ਇਹ ਤੇਰਾ ਸੰਗੀ ਸਾਥੀ ਹੈ। ਗੁਰੂ ਦੇ ਕੋਲੋਂ ਮੱਤ ਲੈ ਤੇ ਗੁਰੂ ਸਾਹਿਬ ਸੱਚਾ ਧਨ ਤੈਨੂੰ ਬਖਸ਼ਣਗੇ। ਜਿਹੜਾ ਧਨ ਜਿਹਦੇ ਕੋਲੇ ਧਨ ਹੋਵੇ ਨਾ, ਸੱਚਾ ਧਨ ਹੋਵੇ ਤੇ ਉਹ ਆਨੰਦ ਮਾਣਦਾ ਹੈ। ਤੇ ਸਾਹਿਬ ਕਹਿੰਦੇ ਆ ਭਲਿਆ ਤੂੰ ਬੇਕਾਰੀ ਜੀਵਨ ਕਿਉਂ ਬਣਾਇਆ ਆਪਣਾ? ਸੱਚੇ ਧਨ ਨਾਲ ਜੁੜ, ਉਹ ਕਰਮ ਕਰ ਜਿਹੜੇ ਤੇਰੇ ਕੰਮ ਆਉਣ। ਬੇਕਾਰ ਵਸਤਾਂ ਨੇ ਕਿਤੇ ਕਾਰ ਵਿੱਚ ਕੰਮ ਨਹੀਂ ਆਉਣਾ। ਇਸੇ ਕਰਕੇ ਸਾਹਿਬ ਕਹਿੰਦੇ ਕਰੇ ਬੇਕਾਰ ਜੀਆਰੇ ਕਹਿ ਤਾਈ। ਸਾਹਿਬ ਕਹਿੰਦੇ ਗਾਫਲ ਸੰਗ ਨਾ ਤਸੂਆ ਜਾਈ। ਕਹਿੰਦੇ ਆ ਗਾਫਲਾ ਭਾਈ ਪਿਆਰਿਆ ਕਿਉਂ ਆਲਸੀ ਬਣਿਆ? ਸਾਹਿਬ ਕਹਿੰਦੇ ਗਾਫਲ ਆਲਸੀ ਨੂੰ ਕਹਿੰਦੇ ਆ ਵੈਸੇ ਵੀ ਜਿਹੜਾ ਆਲਸ ਬਹੁਤੀ ਕਰਦਾ ਹੋਵੇ। ਤੇ ਆਲਸ ਸਾਡਾ ਮਨ ਵਿਰਲੇ ਨੇ ਜਿਹੜੇ ਆਲਸ ਨਹੀਂ ਕਰਦੇ। नहीं तो मालिक ने कह दिता बुरे काम को ऊठ खलोया, नाम की वेला पै पै सोया। अवसर अपना बूझे ना ए आना। साहब कहते हैं नाम विचार फिर पछताना। सतगुरु जी कहते अपना अवसर भाव जिहड़ा आ चांस मिलिया इनू समझदा नहीं है। नाम की वेला पै के सौ गया जदों उठना सी। साहब कहते ने जदों पैना सी ये विषय विकारां विच गलतान रहा, ਇਹ ਬੁਰੇ ਕੰਮਾਂ ਵਿੱਚ ਤੁਰਦਾ ਰਿਹਾ। ਤੇ ਸਾਹਿਬ ਕਹਿੰਦੇ ਨੇ ਇਹਨੂੰ ਜਿਹੜਾ ਅਵਸਰ ਦਾ ਭਾਵ ਹੁੰਦਾ, ਅਵਸਰ ਮਿਲਿਆ ਵੀ ਸਮਾਂ ਮਿਲਿਆ, ਚਾਂਸ ਮਿਲਿਆ ਸਾਨੂੰ ਸਾਹਿਬ ਦੇ ਵੱਲੋਂ ਵੀ ਲੈ ਭਾਈ ਤੇਰਾ ਹੁਣ ਤੈਨੂੰ ਆਹ ਚਾਂਸ ਮਿਲਿਆ, ਆਹ ਜਿਹੜਾ ਸਰੀਰ ਦਿੱਤਾ ਮਨੁੱਖਾ ਬਈ ਹੁਣ ਇਹਦੇ ਨਾਲ ਕੋਈ ਚੰਗਾ ਕਰਮ ਕਰ ਲੈ। ਚੰਗਾ ਕਰਮ ਕਰੇਗਾ ਤਾਂ ਭਲਾ ਹੋਵੇਗਾ। ਜੇ ਤੂੰ ਇਹ ਚਾਂਸ ਵਿੱਚੋਂ ਖੁੰਝ ਗਿਆ ਤਾਂ ਫਿਰ ਅੱਗੇ ਫੇਰ ਨਰਕ ਭੋਗੇਗਾ। ਇਸੇ ਕਰਕੇ ਸਾਹਿਬ ਕਹਿੰਦੇ ਐ ਗਾਫਲਾ ਗਾਫਲਤਾ ਦੀ ਨੀਂਦ ਵਿੱਚੋਂ ਉੱਠਣਾ ਕਰ। ਤੇ ਸਾਹਿਬ ਕਹਿੰਦੇ ਗਾਫਲ ਸੰਗ ਨਾ ਤਸੂਆ ਜਾਈ। ਕਹਿੰਦੇ ਐ ਗਾਫਲਾ ਆਲਸ ਵਿੱਚ ਰਿਹਾ ਤੇਰੇ ਸੰਗ ਕੁਛ ਨਹੀਂ ਜਾਣਾ। ਜੋ ਤੂੰ ਕਰਮ ਕਮਾਉਣਾ ਬੇਕਾਰ ਕਰਮ ਕਰਦਾ ਇਹ ਸਾਹਿਬ ਕਹਿੰਦੇ ਤੇਰੇ ਨਾਲ ਕੁਛ ਜਾਣ ਵਾਲਾ ਨਹੀਂ ਹੈ, ਰੱਤਾ ਭਰ ਵੀ ਨਹੀਂ ਜਾਣਾ। ਇਸੇ ਕਰਕੇ ਸਾਹਿਬ ਅੱਗੇ ਕਹਿੰਦੇ ਧਰਤ ਤੋਂ ਅਨਕਸ਼ਲ ਜਾਣੈ ਕੌਡੀ ਕੌਡੀ ਕੋ ਖਾਕ ਸਰਸ਼ਾਨ। ਜਿਨ ਦੀਆ ਤਿਸੈ ਨਾ ਚੇਤੇ ਮੂਲ ਮਿਥਿਆ ਲੋਭ ਨਾ ਉਤਰੈ ਸੂਲ। ਸਵਾਓ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਸਾਹਿਬ ਇੱਥੇ ਕਿਰਪਾ ਕਰਦਿਆ ਤੀਸਰੀ ਪੌੜੀ ਵਿੱਚ ਧਰਤ ਧੋਹ ਅਨਕ ਸਲ ਜਾਣੈ। ਸਾਹਿਬ ਕਹਿੰਦੇ ਭਾਈ ਧਰੋ ਕਰਦਾ ਹੈ ਤੂੰ, ਅਨੇਕਾਂ ਹੀ ਸਲ ਕਰਨ ਲਈ ਜਾਣਦਾ ਏ। ਸਲ ਕਪਟ ਕਰਨੇ ਸਾਨੂੰ ਆਉਂਦੇ ਆ ਬਹੁਤ ਜ਼ਿਆਦੇ। ਅਸੀਂ ਬੜੇ ਵਿਦਵਾਨ ਹਾਂ, ਬੜੇ ਆਪਣੇ ਆਪ ਨੂੰ
ਸਾਰੀ ਕਹੋਨਿਆ ਬਿਰਲੇ ਨੇ ਜਿਹੜੇ ਭਾਈ ਸਲ ਕਪਟ ਤੋਂ ਬਚੇ ਹੋਏ ਆ। ਨਹੀਂ ਅਸੀਂ ਕਹਿੰਦੇ ਵੀ ਐਂ ਕਰਕੇ ਅਸੀਂ ਆਹ ਕੰਮ ਕਰ ਲੈਂਦੇ ਹਾਂ, ਐਂ ਕਰਕੇ ਆਹ ਕਰ ਦਈਦਾ। ਤੇ ਸਾਹਿਬ ਕਹਿੰਦੇ ਧਰਤ ਧਰੋ ਦਾ ਭਾਵ ਵੀ ਅੰਦਰ ਧਰੋ ਰੱਖਦਾ ਏ ਕਿਸੇ ਦੇ ਲਈ ਸਲ ਕਪਟ ਕਰਨ ਲਈ। ਇਹ ਬੜਾ ਕੁਝ ਕਰਦਾ। ਅਨਕ ਸਲ ਜਾਣੈ, ਅਨੇਕ ਹੀ ਇਹ ਸਲ ਕਪਟ ਕਰਨੇ ਜਾਣਦਾ ਹੈ ਸਾਡਾ ਮਨ। ਕੌਡੀ ਕੌਡੀ ਕੋ, ਸਾਹਿਬ ਕਹਿੰਦੇ ਕੌਡੀ ਕੌਡੀ ਦੇ ਲਈ ਕੀ ਕਰਦਾ, ਖਾਕ ਸਰਸ਼ਾਨਾ, ਆਪਣੇ ਸਿਰ 'ਚ ਸੁਭਾਅ ਪਵਾਉਂਦਾ ਫਿਰਦਾ। ਆਪਾਂ ਕਹਿੰਦੇ ਆ ਵੀ ਲੈ ਵੀ ਆ ਸੁਭਾਅ ਵਾਲੀ ਫਲਾਣੇ ਨੇ ਤਾਂ ਸਿਰ ਵਿੱਚ ਐਸਾ ਮਾੜਾ ਕਰਮ ਕੀਤਾ, ਬੇਇੱਜ਼ਤੀ ਹੋ ਗਈ, ਸ਼ਰਮਸ਼ਾਰ ਹੋ ਗਿਆ। ਤੇ ਮਾਲਕ ਕਹਿੰਦਾ ਕੌਡੀ ਕੌਡੀ ਲਈ ਸ਼ਰਮਸ਼ਾਰ ਹੁੰਦਾ ਫਿਰਦਾ। ਇਹਨੂੰ ਕੋਈ ਇੱਜ਼ਤ ਦਾ ਆਪਣੀ ਦਾ ਖਿਆਲ ਹੀ ਨਹੀਂ ਹੈ ਇਸ ਮਨ ਨੂੰ, ਇਸ ਜੀਵਨ ਨੂੰ। ਸਾਹਿਬ ਕਹਿੰਦੇ ਨੇ ਜਿਨ ਦੀਆ ਤਿਸ ਨਾ ਚੇਤੇ ਮੂਲ, ਜਿਹੜੇ ਮਾਲਕ ਨੇ ਆ ਸਾਰਾ ਕੁਝ ਦਿੱਤਾ ਉਹਨੂੰ ਤਾਂ ਕਹਿੰਦੇ ਨੇ ਮੁੱਢ ਤੋਂ ਹੀ ਵਿਸਾਰ ਦਿੱਤਾ, ਚੇਤੇ ਵਿੱਚ ਕਦੇ ਲੈ ਕੇ ਹੀ ਨਹੀਂ ਆਂਦਾ। ਮਿੱਥਿਆ ਲੋਭ ਨਾ ਉਤਰੈ ਸੂਲ, ਸਾਹਿਬ ਕਹਿੰਦੇ ਆ ਝੂਠ ਪਿੱਛੇ ਲੋਭ ਲਾਲਚ ਪਿੱਛੇ ਲੱਗਿਆ ਹੋਇਆ। ਸਾਹਿਬ ਕਹਿੰਦੇ ਇਹਦੀ ਸੂਲਾ ਜਿਹੜੀ ਅੰਦਰਲਾ ਦਰਦ ਹੈ, ਅੰਦਰਲੀਆਂ ਚਿੰਤਾਵਾਂ ਨੇ, ਇਹ ਉਤਰਦੀਆਂ, ਇਹ ਖਤਮ ਨਹੀਂ ਹੁੰਦੀਆਂ। ਜਿਹੜੇ ਕੰਮਾਂ ਵਿੱਚ ਇਹ ਲੱਗਿਆ ਫੋਕਟ ਕਰਮਾਂ ਦੇ ਵਿੱਚ, ਸਾਹਿਬ ਕਹਿੰਦੇ ਲੋਭ ਲਾਲਚ ਵਿੱਚ ਲੱਗਿਆ ਹੋਇਆ, ਤੇਰੇ ਅੰਦਰ ਦਰਦ ਜਿਹੜਾ ਪੈਦਾ ਹੋਇਆ, ਇਹ ਸੁੱਖ ਲੱਭਦਾ ਫਿਰਦਾ, ਇਹਨੂੰ ਸੁੱਖ ਕਿਤੋਂ ਨਹੀਂ ਮਿਲਦਾ। ਤੁਰਿਆ ਫਿਰਦਾ ਲੋਭ ਲਾਲਚ ਦੇ ਵਿੱਚ। ਜੋ ਮੇਰੇ ਮਾਲਕ ਨੇ ਕਰਮ ਕਰਨ ਨੂੰ ਆਖਣਾ ਕੀਤਾ ਵੀ ਰਾਮ ਨਾਮ ਜਪ ਸੰਗ ਸਹਾਈ, ਰਾਮ ਨਾਮ ਨੂੰ ਜਪਣਾ ਕਰ। ਤੇ ਮਾਲਕ ਨੇ ਆਖਣਾ ਕੀਤਾ ਹੈ ਵੀ ਇਹ ਜਿਹੜਾ ਰਾਮ ਨਾਮ ਹੈ ਭਾਈ, ਇਹੀ ਸੁੱਖਾਂ ਦਾ ਖਜ਼ਾਨਾ, ਇਹਨੇ ਵਿਸਾਰਿਆ ਹੋਇਆ। ਸੁੱਖ ਨਿਧਾਨ ਅੰਮ੍ਰਿਤ ਪ੍ਰਭ ਨਾਮ ਮੇਰੇ ਵਾਹਿਗੁਰੂ ਆਖਣਾ ਕੀਤਾ ਸਾਹਿਬਾਂ ਨੇ। ਤੇ ਸਤਿਗੁਰੂ ਜੀ ਕਹਿੰਦੇ ਲੋਭ ਮਿੱਥਿਆ ਲੋਭ ਨਾ ਉਤਰੈ ਸੂਲ, ਇਹ ਲੋਭ ਵਿੱਚ ਪਿਆ ਹੋਇਆ ਤੇ ਇਹਦੀ ਸੂਲਾ ਜਿਹੜੀ, ਇਹਦਾ ਦਰਦ ਇਹ ਉਤਰਦਾ ਨਹੀਂ। ਇਹ ਦੁੱਖਾਂ ਵਿੱਚ ਘਿਰਿਆ ਹੋਇਆ ਸਾਰੀ ਜ਼ਿੰਦਗੀ ਜੀਵ ਕੱਢ ਜਾਂਦਾ ਹੈ ਬਿਰਲਿਆਂ ਨੂੰ ਛੱਡ ਕੇ। ਸੁਰੋਹ ਵਿਚਾਰ ਆਖਰ ਵਿੱਚ ਜਾ ਕੇ ਸਾਹਿਬਾ ਰਹਿਮਤ ਕਰਦੇ ਹੈ। ਪਾਰ ਬ੍ਰਹਮ ਜਬ ਭਏ ਦਿਆਲ, ਇਹ ਮਨ ਹੋਆ ਸਾਧ ਰਿਵਾਲ, ਹਸਤ ਕਮਲ ਲੜ ਲੀਨੋ ਲਾਏ, ਨਾਨਕ ਸਾਚੈ ਸਾਚ ਸਮਾਏ। ਸਭ ਕਹਿੰਦੇ ਪਾਰ ਬ੍ਰਹਮ ਜਬ ਭਏ ਦਿਆਲ, ਜਦੋਂ ਪਾਰ ਬ੍ਰਹਮ ਪਰਿਪੂਰਨ ਪਰਮਾਤਮਾ ਵਾਹਿਗੁਰੂ ਕਿਰਪਾ ਕਰਦਾ, ਰਹਿਮਤ ਕਰਦਾ ਹੈ, ਆ ਜੀਵ ਮਾਲਕ ਦੇ ਚਰਨ ਸ਼ਰਨ ਵਿੱਚ ਆਉਂਦਾ ਹੈ ਤੇ ਵਾਹਿਗੁਰੂ ਕਿਰਪਾ ਕਰਦਿਆ ਫਿਰ ਸਾਹਿਬ ਜੀ, ਸਾਹਿਬ ਕਹਿੰਦੇ ਇਹ ਮਨ ਹੋਆ ਸਾਧ ਰਵਾਲ, ਫਿਰ ਆ ਮਨ ਸਾਧੂ ਸੰਤਾਂ ਦੀ, ਸਤਿਗੁਰੂ ਦੀ, ਗੁਰੂ ਕੀ ਸੰਗਤ ਦੀ ਧੂੜ ਹੁੰਦਾ ਹੈ, ਗੁਰੂ ਕੀ ਧੂੜੀ ਨਾਲ ਜੁੜਦਾ ਹੈ। ਤੇ ਸਾਹਿਬ ਕਹਿੰਦੇ ਹਸਤ ਕਮਲ ਲੜ ਲੀਨੋ ਲਾਏ, ਫਿਰ ਹਸਤਾਂ ਤੋਂ ਫੜ ਕੇ, ਕਮਲਾਂ ਤੋਂ ਫੜ ਕੇ ਸਾਹਿਬ ਕਹਿੰਦੇ ਨੇ ਮੇਰਾ ਮਾਲਕ ਆਪਣੇ ਲੜ ਲਾ ਲੈਂਦਾ। ਜੇ ਕੋਈ ਚਰਨ ਸ਼ਰਨ ਵਿੱਚ ਸਾਹਿਬ ਦੀ ਆਉਂਦਾ ਤੇ ਸਾਹਿਬ ਉਹਨੂੰ ਆਪਣੇ ਪੱਲੇ ਨਾਲ ਜੋੜ ਲੈਂਦੇ ਆ। ਜਿਹੜਾ ਗੁਰੂ ਕੇ ਚਰਨਾਂ ਸਰਨਾਂ ਦੇ ਵਿੱਚ ਆ ਗਿਆ, ਜਿਹੜਾ ਗੁਰੂ ਕੇ ਪੱਲੇ ਲੱਗ ਗਿਆ ਹੈ, ਉਹਦਾ ਪਾਰ ਉਤਾਰਾ ਹੋ ਗਿਆ। ਸਾਹਿਬਾਂ ਨੇ ਪ੍ਰੈਕਟੀਕਲ ਰੂਪ ਵਿੱਚ ਵੀ ਸਾਡੇ ਸਾਹਮਣੇ ਰੱਖਿਆ। ਈਮਨਾਬਾਦ ਵਿੱਚੋਂ ਗੁਰੂ ਨਾਨਕ ਸਾਹਿਬਾਂ ਨੇ ਕਿੰਨਿਆਂ ਦਾ ਛੁਟਕਾਰਾ ਕਰਾਇਆ, ਇਹ ਆਪਾਂ ਪੜ੍ਹਦੇ ਹਾਂ। ਬੰਦੀਆਂ ਦਾ ਪੂਨੇ ਸਤਾਰੇ ਦੀ ਜੇਲ੍ਹ ਵਿੱਚੋਂ ਰੁਸਤਮ ਰਾਓ ਬਾਲੇ ਰਾਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਆਪਣੇ ਪੱਲੇ ਲਾ ਕੇ, ਆਪਣੀ ਰਗਾਬਾ ਨਾਲ ਫੜਾ ਕੇ ਉਹਨਾਂ ਨੂੰ ਭਾਵ ਕੇ ਉਹਨਾਂ ਦਾ ਵੀ ਖਹਿੜਾ ਛੁਟਾਇਆ। ਤੇ ਗਵਾਲੀਅਰ ਦਾ ਇਤਿਹਾਸ ਪੜ੍ਹਦਿਆਂ ਛੇਵੇਂ ਮਾਲਿਕ ਸੱਚੇ ਪਾਤਸ਼ਾਹ ਨੇ 52 ਰਾਜਿਆਂ ਨੂੰ ਆਪਣੇ ਪੱਲਾ ਫੜਾ ਕੇ, ਲੜ ਫੜਾ ਕੇ ਉਹਨਾਂ ਦੀ ਬੰਦ ਖਲਾਸੀ ਕੀਤੀ ਹੈ। ਤੇ ਇੱਥੇ ਸਾਹਿਬਾ ਸਾਨੂੰ ਸਮਝਾਉਂਦੇ ਆ ਬਈ ਭਾਈ ਜਿਹੜਾ ਮਾਲਕ ਦੇ ਚਰਨ ਸ਼ਰਨ ਵਿੱਚ ਆਉਂਦਾ, ਗੁਰੂ ਕੇ ਲੜ ਲੱਗ ਜਾਂਦਾ ਹੈ, ਉਹਨਾਂ ਦਾ ਭਲਾ ਹੁੰਦਾ। ਹਸਤ ਕਮਲ ਲੜ ਲੀਨੋ ਲਾਏ, ਨਾਨਕ ਸਾਚੈ ਸਾਚ ਸਮਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਵੀ ਉਹ ਸੱਚੇ ਸਾਹਿਬ ਦੇ ਵਿੱਚ ਭਾਈ ਸੱਚ ਕਰਕੇ ਸਮਾ ਜਾਂਦੇ ਆ। ਉਹ ਆ ਗਲਤਾਨਤਾ ਵਿੱਚੋਂ, ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਹੋ ਜਾਂਦੇ ਆ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ। ਆਓ ਗੁਰੂ ਰਹਿਮਤ ਕਰਨ, ਸਾਡਾ ਵੀ ਪਾਰ ਉਤਾਰਾ ਹੋ ਜਾਵੇ। ਅਸੀਂ ਵੀ ਇਸ ਵਿਸ਼ੇ ਬਕਾਨਾਂ ਦੇ ਗੁਲਤਾਨ ਵਿੱਚੋਂ ਨਿਕਲ ਜਾਈਏ, ਗੁਰੂ ਕਾ ਲੜ ਫੜੀਏ, ਗੁਰੂ ਕੇ ਲੜ ਲੱਗੀਏ, ਗੁਰੂ ਕੀ ਸੰਗਤ ਕਰੀਏ, ਤੇ ਫਿਰ ਸਾਡਾ ਲੋਕ ਪਰਲੋਕ ਸ਼ਬਰ ਛਕਦਾ ਹੈ। ਮਿਹਰ ਕਰਨ ਸਾਹਿਬ ਜੀ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਕੁਝ क्षमा ਗੁਰਮੰਤਰ ਦੁਆਰਾ ਸਾਂਝ ਪਾਈਏ। ਪ੍ਰੇਮ ਸਹਿਤ ਸਾਰੀ ਸੰਗਤ ਆਖਣਾ ਕਰੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸ਼ਲੋਕ ਬਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੋਇ ਦਾਈ ਦਾਇਆ ਖਿਲ ਸਗਲ ਚੰਗਿਆਈਆਂ ਬਰਿਆਈਆਂ ਬਾਚਾ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮਤ ਆਇਆ ਗਏ ਮਸਕਤ ਨਾਨਕ ਤੇ ਮੁਖ ਉਜਲ ਕਹਤੇ ਸੁਟੀ ਜਿਨੇ ਨਾਮਤ ਆਇਆ ਗਏ ਮਸਕਤ ਨਾਨਕ ਤੇ ਮੁਖ ਉਜਲ ਕਹਤੇ ਸੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ